ਹੁਣ ਦੇਖੋ ਚੇਨ ਰਿਐਕਸ਼ਨ ਆਪਾਂ ਨੇ ਕਰ ਲਿਆ ਸੀ, ਆਪਾਂ ਨੇ ਇੱਥੋਂ ਤੱਕ ਪੜ੍ਹ ਲਿਆ ਸੀਗਾ, ਠੀਕ ਹੈ ਨਾ, ਕਿ ਵੀ ਆਪਣੇ ਕੋਲ ਨਿਊਕਲੀਅਰ ਫਿਜ਼ਨ ਰਿਐਕਸ਼ਨ ਕਿਵੇਂ ਹੁੰਦੇ ਆ, ਉਹਦੇ ਵਿੱਚੋਂ ਦੀ ਆਪਣੇ ਕੋਲੇ ਬਹੁਤ ਸਾਰੇ ਨਿਊਟਰੋਨਸ ਨਿਕਲਦੇ ਆ, ਉਹ ਆਪਾਂ ਸਾਰਾ ਕੁਝ ਕਰ ਚੁੱਕੇ। ਤਾਂ ਹੁਣ ਆ ਗਏ ਆਪਾਂ ਨਿਊਕਲੀਅਰ ਰਿਐਕਟਰ ਤੇ। ਸੋ ਲੈਟ ਅਸ ਸੀ ਵਾਟ ਇਜ਼ ਅ ਨਿਊਕਲੀਅਰ ਰਿਐਕਟਰ। ਤਾਂ ਨਿਊਕਲੀਅਰ ਰਿਐਕਟਰ ਬੇਟਾ ਇੱਕ ਡਿਵਾਈਸ ਹੈ ਜੋ ਆਪਾਂ ਜਿਹਦੇ ਨਾਲ ਆਪਾਂ ਬੇਸਿਕਲੀ ਤੁਸੀਂ ਐਂ ਲਾ ਸਕਦੇ ਹੋ ਕਿ ਇਲੈਕਟ੍ਰਿਸਿਟੀ ਆਪਾਂ ਨੇ ਪ੍ਰੋਡਿਊਸ ਕਰਨੀ ਹੈ, ਤੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਕੋਲੇ ਤੋਂ ਨਾ ਪ੍ਰੋਡਿਊਸ ਕਰਕੇ ਯੂਰੇਨੀਅਮ ਤੋਂ ਪ੍ਰੋਡਿਊਸ ਕਰੀਏ। ਦੇਖੋ ਆਹ ਜਿਹੜਾ ਆਪਣੇ ਕੋਲੇ ਡਾਇਗਰਾਮ ਬਣਿਆ ਹੋਇਆ ਨਾ, ਇਹ ਬਹੁਤ ਇੰਪੋਰਟੈਂਟ ਡਾਇਗਰਾਮ ਹੈ। ਜੇ ਤੁਸੀਂ ਬੀਟੈਕ ਦਾ ਲੈ ਲਿਆ ਪੰਗਾ, ਠੀਕ ਹੈ ਨਾ, ਉਹ ਵੀ ਮਕੈਨੀਕਲ, ਬਸ ਫਿਰ ਤੁਸੀਂ ਸੋਚ ਲਓ ਫਿਰ ਆਹੀ ਤੁਹਾਡੀ ਲਾਈਫ ਬਣ ਜਾਂਦੀ ਹੈ, ਕਿਉਂਕਿ ਮੈਂ ਮਕੈਨੀਕਲ ਇੰਜੀਨੀਅਰਿੰਗ ਬੀਟੈਕ ਕੀਤੀ ਹੋਈ ਹੈ। 2 ਮਿੰਟ ਬੇਟਾ। ਹੈਲੋ ਸਰ, ਕਲਾਸ ਚਲੀ ਜਾਂਦੀ ਹੈ, ਮੈਂ ਨਾ ਤੁਹਾਨੂੰ ਕਰਦਾ 2 ਮਿੰਟ ਚ ਫੋਨ। ਮੈਂ ਕਰੀ ਜਾਂਦਾ ਸੀ, ਤੁਹਾਨੂੰ ਸੋਚੀ ਜਾਂਦਾ ਸੀ ਕਰੂੰਗਾ, 5 ਮਿੰਟ ਚ ਕਰਦਾ, ਸੌਰੀ ਘੰਟੇ ਚ ਕਰਦਾ। ਓਕੇ ਓਕੇ ਸਰ, ਠੀਕ ਹੈ। ਹੁਣ ਦੇਖੋ, ਹੁਣ ਜਿਹੜੇ ਥਰਮਲ ਪਾਵਰ ਪਲਾਂਟ ਹੁੰਦੇ ਨਾ, ਉਹਦੇ ਵਿੱਚ ਵੀ ਹੁੰਦਾ। ਹੁਣ ਇਹਨੂੰ ਮੈਂ ਇੱਥੋਂ ਦੀ ਡਿਵਾਈਡ ਕਰਦਾ, ਜਿਵੇਂ ਜਿਹੜਾ ਆਹ ਵਾਲਾ ਪਾਰਟ ਰਹਿ ਗਿਆ, ਇਹ ਵਾਲਾ ਪਾਰਟ ਤਾਂ ਕਾਮਨ ਹੈ, ਸਾਰੀ ਜਗ੍ਹਾ ਤੇ ਯੂਜ਼ ਹੁੰਦਾ ਹੈ, ਲੇਕਿਨ ਆਹ ਵਾਲਾ ਪਾਰਟ ਆਪਣੇ ਕੋਲੇ ਚੇਂਜ ਹੋ ਜਾਂਦਾ ਹੈ। ਜੇ ਥਰਮਲ ਪਾਵਰ ਪਲਾਂਟ ਹੈ ਤਾਂ ਸਿਸਟਮ ਚੇਂਜ ਹੋ ਜਾਊਗਾ, ਵੀ ਆਪਾਂ ਕੋਲੇ ਤੋਂ ਹੀਟ ਪੈਦਾ ਕਰਨੀ ਹੈ। ਜੇ ਨਿਊਕਲੀਅਰ ਪਾਵਰ ਪਲਾਂਟ ਹੈ ਤਾਂ ਸਿਸਟਮ ਚੇਂਜ ਹੋ ਗਿਆ, ਜੇ ਕੋਈ ਹੋਰ ਪਲਾਂਟ ਹੈ ਤਾਂ ਸਿਸਟਮ ਚੇਂਜ ਹੋ ਜੂ, ਲੇਕਿਨ ਆਹ ਵਾਲਾ ਜਿਹੜਾ ਸਿਸਟਮ ਹੈ ਇਹ ਹਮੇਸ਼ਾ ਸੇਮ ਹੀ ਰਹਿੰਦਾ, ਠੀਕ ਹੈ। ਤਾਂ ਦੇਖੋ ਆਪਣੇ ਕੋਲੇ ਹੁੰਦਾ ਕੀ ਹੈ, ਬੇਸਿਕਲੀ ਆਪਣੀ ਆਹ ਟਰਬਾਈਨ ਹੈ ਬੇਟਾ, ਠੀਕ ਹੈ। ਟਰਬਾਈਨ ਜਦੋਂ ਇੱਥੋਂ ਦੀ ਘੁੰਮਦੀ ਹੈ ਨਾ, ਉਦੋਂ ਇੱਥੇ ਜਨਰੇਟਰ ਘੁੰਮਦਾ, ਜਿਵੇਂ ਆਪਣੇ ਕੋਲੇ ਆਪਣੇ ਘਰਾਂ 'ਚ ਜਨਰੇਟਰ ਨਹੀਂ ਹੁੰਦਾ, ਉਹ ਹਰੇ ਜਿਹੇ ਰੰਗ ਵਾਲਾ ਵੱਡਾ ਵਾਲਾ, ਉਹਨੂੰ ਆਪਾਂ ਪਹਿਲਾਂ ਘੁਮਾਉਂਦੇ ਆ, ਫਿਰ ਘੁਮਾ ਕੇ ਤੇ ਚੱਲਣ ਲੱਗ ਜਾਂਦਾ, ਫਿਰ ਉਹ ਚੱਲੀ ਚੱਲੀ ਜਾਂਦਾ ਹਨਾ, ਉਹ ਜਨਰੇਟਰ ਹੁੰਦਾ। ਬਿਲਕੁਲ ਉਸੇ ਤਰੀਕੇ ਦਾ ਹੀ ਆਹ ਜਨਰੇਟਰ ਹੁੰਦਾ, ਸੇਮ ਚੀਜ਼ ਹੈ। ਬਸ ਇਹਨੂੰ ਆਪਾਂ ਜਦੋਂ ਘੁਮਾਵਾਂਗੇ ਤਾਂ ਇਹਨੂੰ ਆਪਾਂ, ਬੰਦਾ ਨਹੀਂ ਘੁਮਾਉਂਦਾ ਇਸ ਨੂੰ, ਤਾਂ ਇਹਦੇ ਉੱਤੇ ਆਪਾਂ ਨੂੰ ਤਾਕਤ ਲਾਉਣੀ ਪੈਂਦੀ ਆ। ਹੁਣ ਜਿਵੇਂ ਆਪਣੇ ਹਾਈਡਰੋ ਇਲੈਕਟ੍ਰਿਕ ਪਾਵਰ ਯੂਨਿਟਸ ਹੁੰਦੇ ਆ, ਕੋਈ ਐਡਵਿਨ ਆਇਆ ਬੈਠਾ ਹੈ, ਕਿਸੇ ਨੇ ਦੱਸਿਆ ਹੀ ਨਹੀਂ, ਠੀਕ ਹੈ। ਤਾਂ ਹੁਣ ਹਾਈਡਰੋ ਇਲੈਕਟ੍ਰਿਕ ਜਿਹੜੇ ਆਪਣੇ ਪਾਵਰ ਪਲਾਂਟਸ ਹੁੰਦੇ ਆ, ਇਹਨਾਂ ਦੇ ਵਿੱਚ ਆਪਣੇ ਕੋਲ ਕੀ ਹੁੰਦਾ, ਆਪਣੇ ਕੋਲ ਸਿਰਫ ਇੰਨਾ ਹੀ ਹੁੰਦਾ ਸਿਸਟਮ। ਜਿਹੜਾ ਆ ਆਪਣੇ ਕੋਲ ਟਰਬਾਈਨ ਹੁੰਦੀ ਨਾ, ਇਹਦੇ ਉੱਤੇ ਪਾਣੀ ਸਿੱਟਿਆ ਜਾਂਦਾ ਬਹੁਤ ਸਾਰਾ, ਜਦੋਂ ਪਾਣੀ ਪਾਉਂਦੇ ਆ ਉਦੋਂ ਇਹ ਗੋਲ ਗੋਲ ਘੁੰਮਣ ਲੱਗ ਜਾਂਦੀ ਹੈ, ਆਹ ਗੋਲ ਗੋਲ ਘੁੰਮਣ ਲੱਗ ਜਾਂਦਾ, ਇਲੈਕਟ੍ਰਿਸਿਟੀ ਜਨਰੇਟ ਹੋ ਜਾਂਦੀ ਹੈ। ਸਭ ਤੋਂ ਸਿੰਪਲ ਕੰਮ ਹੁੰਦਾ ਹਾਈਡਰੋ ਇਲੈਕਟ੍ਰਿਕ ਪਾਵਰ, ਠੀਕ ਹੈ ਨਾ। ਤੇ ਜੇ ਮੈਂ ਗੱਲ ਕਰਾਂ ਸਟੀਮ ਇੰਜਨ ਦੀ ਜਾਂ ਥਰਮਲ ਪਾਵਰ ਪਲਾਂਟ ਦੀ ਜਾਂ ਹੋਰ ਦੀ, ਆ ਗਿਆ ਐਡਵਿਨ, ਠੀਕ ਹੈ। ਹੁਣ ਦੇਖੋ, ਹੁਣ ਆਪਾਂ ਨੇ ਕੀ ਕੀਤਾ, ਜੇ ਆਪਾਂ ਸਟੀਮ ਥਰਮਲ ਪਾਵਰ ਪਲਾਂਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੇ ਕੋਲੇ ਬਾਕੀ ਆਪਰੇਟਰਸ ਹੁੰਦਾ। ਇੱਥੇ ਨਾ ਪਾਣੀ ਹੁੰਦਾ, ਇਹਦੇ ਵਿੱਚ ਇਹ ਪਾਣੀ ਨੂੰ ਗਰਮ ਕਰ ਦਿੰਦੇ ਆ। ਜਦੋਂ ਆਪਾਂ ਇਹਨੂੰ ਬਹੁਤ ਸਾਰੀ ਹੀਟ ਦਿੰਦੇ ਆ ਤਾਂ ਇਹ ਭਾਫ ਬਣਦਾ ਹੈ, ਭਾਫ ਬਣ ਕੇ ਉਹ ਇਹਦੇ ਵਿੱਚ ਜਾਂਦਾ ਹੈ, ਇਹਨੂੰ ਆਪਾਂ ਇੱਧਰ ਲੈ ਜਾਂਦੇ ਆ, ਭਾਫ ਇੱਥੇ ਆ ਗਿਆ। ਹੁਣ ਜਿਵੇਂ ਭਾਫ ਦੇ ਵਿੱਚ ਨਾ ਬਹੁਤ ਤਾਕਤ ਹੁੰਦੀ ਹੈ, ਜਿਵੇਂ ਆਪਣੇ ਪ੍ਰੈਸ਼ਰ ਕੁੱਕਰ 'ਚ ਕੀ ਹੁੰਦਾ, ਉੱਤੋਂ ਦੀ ਆਪਾਂ ਨੇ ਬਹੁਤ ਭਾਰੀ ਆਪਾਂ ਨੇ ਉਹ ਲਾਈ ਹੋਈ ਆ ਸੀਟੀ ਕੁੱਕਰ ਦੇ ਉੱਤੇ, ਤਾਂ ਜਦੋਂ ਉਹਨੂੰ ਤਾਕਤ ਮਿਲਦੀ ਹੈ ਤਾਂ ਉਹ ਵੀ ਕਰਦਾ, ਉਹ ਐਡੇ ਵੱਡੇ ਭਾਰ ਨੂੰ ਵੀ ਚੱਕਣ ਯੋਗ ਹੁੰਦਾ, ਉਹਨੂੰ ਚੱਕ ਦਿੰਦਾ। ਤਾਂ ਉਹੀ ਸਿਸਟਮ ਇੱਥੇ ਜਾਣਾ ਹੈ। ਜਦੋਂ ਆਪਣੇ ਕੋਲ ਇੱਥੇ ਸਟੀਮ ਨਿਕਲਦੀ ਹੈ ਨਾ, ਤਾਂ ਬਹੁਤ ਜ਼ਬਰਦਸਤ ਸਟੀਮ ਇੱਥੋਂ ਦੀ ਨਿਕਲਦੀ ਹੈ। ਜਦੋਂ ਇਹ ਸਟੀਮ ਨਿਕਲਦੀ ਹੈ ਤੇ ਟਰਬਾਈਨ ਨੂੰ ਚੱਲਣ ਲਾ ਦਿੰਦੀ ਹੈ, ਟਰਬਾਈਨ ਆਪਣੀ ਚੱਲਦੀ ਹੈ, ਆਹ ਚੱਲਦਾ, ਜਿਹਦੇ ਨਾਲ ਆਪਾਂ ਨੂੰ ਇੱਥੇ ਇਲੈਕਟ੍ਰਿਸਿਟੀ ਪੈਦਾ ਹੋ ਜਾਂਦੀ ਹੈ, ਠੀਕ ਹੈ। ਲੇਕਿਨ ਹੁਣ ਆਪਾਂ ਕਰ ਰਹੇ ਹਾਂ ਨਿਊਕਲੀਅਰ ਪਾਵਰ ਪਲਾਂਟ। ਤਾਂ ਹੁਣ ਨਿਊਕਲੀਅਰ ਪਾਵਰ ਪਲਾਂਟ ਸਮਝੋ ਕੀ ਹੁੰਦਾ। ਆਹ ਆਪਣਾ ਨਿਊਕਲੀਅਰ ਪਾਵਰ ਪਲਾਂਟ ਦਾ ਮੇਨ ਕਮਰਾ ਹੈ, ਮੇਨ ਹੈਡ ਹੈ। ਇਹਦੇ ਵਿੱਚ ਆਪਣਾ ਨਿਊਕਲੀਅਰ ਫਿਊਲ ਰੋਡਸ ਹੁੰਦੀਆਂ ਨੇ, ਫਿਊਲ ਰੋਡਸ। ਤਾਂ ਬਲੈਕ ਕਲਰ ਦੇ ਵਿੱਚ ਜੋ ਬਣਾਈਆਂ ਇਹ ਫਿਊਲ ਰੋਡ ਹੈ, ਤਾਂ ਆਪਣੇ ਵਾਸਤੇ ਇਹ ਯੂਰੇਨੀਅਮ ਦੀਆਂ ਬਣੀਆਂ ਹੋਈਆਂ। ਆਏ ਯੂਰੇਨੀਅਮ ਇਹਦੇ ਵਿੱਚ ਰੱਖਿਆ ਜਾਂਦਾ ਹੈ। ਜਦੋਂ ਆਏ ਯੂਰੇਨੀਅਮ ਵਿੱਚ ਰੱਖਤਾ ਤਾਂ ਆਪਾਂ ਨੇ ਕੀ ਕਰਨਾ, ਆ ਆਪਣੇ ਕੋਲੇ ਫਿਜ਼ਨ ਚੈਂਬਰ ਹੈ। ਫਿਜ਼ਨ ਚੈਂਬਰ ਮਤਲਬ ਉਹ ਚੈਂਬਰ ਜਿਹਦੇ ਵਿੱਚ ਸਾਰਾ ਕੁਝ ਹੋਣਾ ਹੈ, ਸਾਰੀ ਫਿਜ਼ਨ ਹੋਏਗਾ, ਫਿਜ਼ਨ ਰਿਐਕਸ਼ਨ ਹੋਏਗਾ, ਠੀਕ ਹੈ। ਇਹਨੂੰ ਇਹਦੇ ਵਿੱਚ ਨਾ ਇੱਕ ਪਾਣੀ ਭਰਿਆ ਹੁੰਦਾ ਹੈ, ਐਕਚੁਅਲ 'ਚ ਇੱਕ ਪਾਣੀ ਵਾਂਗੂ ਹੀ ਹੁੰਦਾ ਹੈ, ਮੈਂ ਤੁਹਾਨੂੰ ਦੱਸਦਾ। ਐਂਡ ਵੀ ਕਾਲ ਇਟ ਮੋਡਰੇਟਰ, ਜਿਹੜਾ ਕਿ ਪਿੰਕ ਕਲਰ ਦੇ ਵਿੱਚ ਕੀਤਾ ਹੋਇਆ ਮੋਡਰੇਟਰ। ਇਹ ਮੋਡਰੇਟਰ ਜ਼ਿਆਦਾਤਰ D2O ਹੁੰਦਾ ਹੈ, ਇਹਨੂੰ ਆਪਾਂ ਕਹਿੰਦੇ ਹਾਂ ਹੈਵੀ ਵਾਟਰ। D2O ਤਾਂ ਹੁੰਦਾ ਤਾਂ ਵਾਟਰ ਹੀ ਹੈ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਹੈਵੀ ਵਾਟਰ, ਠੀਕ ਹੈ। H2O
वाटर, D2O हैवी वाटर। ठीक है जी। ਹੁਣ ਆਪਾਂ ਨੇ ਇਹਦੇ ਵਿੱਚ ਹੈਵੀ ਵਾਟਰ ਯੂਜ਼ ਕਰਨਾ ਹੈ, ਨਾ ਕਿ ਆਹ ਵਾਲਾ ਵਾਟਰ। ਹੈਵੀ ਵਾਟਰ ਯੂਜ਼ ਕਰਦੇ ਆ ਐਜ਼ ਅ ਮੋਡਰੇਟਰ। ਨਾਓ ਵਟ ਇਜ਼ ਅ ਮੋਡਰੇਟਰ, ਵਟ ਇਜ਼ ਫਿਊਲ ਚੈਂਬਰ, ਇਹ ਆਪਾਂ ਸਾਰਾ ਕੁਝ ਹੁਣ ਦੇਖਦੇ ਹਾਂ। ਦੇਖੋ ਨੰਬਰ 1 ਫਿਊਲ ਚੈਂਬਰ। ਜਿਹੜਾ ਇਹ ਫਿਊਲ ਚੈਂਬਰ ਹੁੰਦਾ ਨਾ, ਫਿਸ਼ਨ ਚੈਂਬਰ, ਇਹ ਬਹੁਤ ਨਾ ਨਵੀਂ ਚੀਜ਼ ਹੁੰਦੀ ਹੈ। ਦੀ ਵਾਲ ਥਿਕਨੈਸ ਜਿਹੜੀ ਹੁੰਦੀ ਹੈ ਇਹ 3 ਮੀਟਰ ਦੀ ਹੁੰਦੀ ਹੈ ਤੇ ਇਹ ਕੰਕਰੀਟ ਦਾ ਬਣਿਆ ਹੁੰਦਾ ਹੈ। ਤਾਂ ਜਿਹੜੀਆਂ ਤੁਹਾਨੂੰ ਆ ਦੀਵਾਰਾਂ ਦਿਖ ਰਹੀਆਂ ਨਾ ਇੱਥੇ, ਐਡੀ ਵੱਡੀ ਆ ਦੀਵਾਰ, ਇਹ ਦੀਵਾਰ ਬੇਸਿਕਲੀ ਕੰਕਰੀਟ ਦੀ ਬਣੀ ਹੋਈ ਹੈ ਤੇ ਇਹ 3 ਮੀਟਰ ਚੌੜੀ ਹੁੰਦੀ ਹੈ। 3 ਮੀਟਰ ਚੌੜੀ, ਤੇ ਤੁਸੀਂ ਦੇਖ ਸਕਦੇ ਹੋ ਤੁਹਾਡਾ ਕਮਰਾ 3 ਮੀਟਰ ਚੌੜਾ ਹੋਣਾ ਹੈ। ਇਹਨੂੰ ਹੁਣ ਆਪਾਂ ਕੰਕਰੀਟ ਦੀ ਐਡੀ ਚੌੜੀ ਜੇ ਦੀਵਾਰ ਲਾ ਦਈਏ, ਵੱਡੀਆਂ ਤੋਂ ਵੱਡੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਇੱਕ ਪਿੱਲਰ ਤੇ ਖੜੀਆਂ ਹੁੰਦੀਆਂ। ਪਿੱਲਰ, ਠੀਕ ਹੈ ਨਾ, ਕੰਕਰੀਟ ਦਾ ਇੱਕ ਪਿੱਲਰ ਬਹੁਤ ਹੁੰਦਾ ਹੈ। ਲੇਕਿਨ ਆਪਾਂ ਹੁਣ ਕੰਕਰੀਟ ਦੀ ਇੱਕ ਦੀਵਾਰ ਦੀ ਗੱਲ ਕਰਦੇ ਆ ਜਿਹੜਾ 3 ਮੀਟਰ ਲੰਬਾ ਹੈ, 3 ਮੀਟਰ ਵੱਡਾ, 3 ਮੀਟਰ ਥਿਕ। ਜਿਹੜਾ ਇਹ 3 ਮੀਟਰ ਥਿਕ ਆਪਣੇ ਕੋਲੇ ਵਾਲ ਆ ਗਈ, ਉੱਤੋਂ ਇਹਦਾ ਮਟੀਰੀਅਲ ਕੰਕਰੀਟ ਦਾ ਬਣਿਆ ਹੁੰਦਾ। ਫਿਰ ਜਿਹੜੀ ਦੀ ਫਲੋਰਿੰਗ ਹੈ ਇਹ ਵੀ 3 ਮੀਟਰ ਚੌੜੀ ਹੁੰਦੀ ਹੈ। ਫਿਰ ਜਿਹੜੀ ਇਹਦੀ ਛੱਤ ਹੈ, ਜਿਹੜਾ ਲੈਂਟਰ ਪਾਇਆ ਹੋਇਆ ਹੈ, ਇਹ ਵੀ ਆਪਣੇ ਘਰਾਂ ਵਰਗਾ ਲੈਂਟਰ ਨਹੀਂ ਹੁੰਦਾ। ਇਹ ਲੈਂਟਰ 3 ਮੀਟਰ ਚੌੜਾ ਲੈਂਟਰ ਹੁੰਦਾ ਹੈ। ਇਸ ਦੇ ਵਿੱਚ ਕੰਕਰੀਟ, ਸਰੀਆ, ਸਭ ਕੁਝ ਹੁੰਦਾ। ਇਹ ਐਡੀ ਜ਼ਿਆਦਾ ਤਕੜੀ ਚੀਜ਼ ਹੁੰਦੀ ਹੈ ਕਿ ਇਹ ਕਦੇ ਇਹ ਮਤਲਬ ਟੁੱਟੇ ਨਾ, ਮਤਲਬ ਐਂ ਬਣਾਈ ਹੁੰਦੀ ਹੈ। ਇਹਦੇ ਵਿੱਚ ਜਿੰਨੇ ਵੀ ਆਪਣੇ ਕੋਲੇ ਨਿਊਕਲੀਅਰ ਰਿਐਕਸ਼ਨ ਹੋ ਰਿਹਾ, ਇਹਨਾਂ ਦੇ ਵਿੱਚੋਂ ਦੀ ਕੋਈ ਵੀ ਰੇਜ਼ ਜਿਹੜੀਆਂ ਗਾਮਾ ਰੇਜ਼ ਹੈ ਉਹ ਬਾਹਰ ਨਹੀਂ ਆ ਸਕਦੀਆਂ ਵੀ ਇਹਨੂੰ ਆਪਾਂ ਐਂ ਕੀਤਾ ਤੇ ਗਾਮਾ ਰੇਜ਼ ਇੱਥੋਂ ਦੀਆਂ ਲੀਕ ਹੋ ਗਈਆਂ। ਦਿਸ ਇਜ਼ ਨਾਟ ਪੋਸੀਬਲ। ਗਾਮਾ ਰੇਜ਼ ਸਾਰੀਆਂ ਜਿਹੜੀਆਂ ਵੀ ਇੱਥੋਂ ਦੀਆਂ ਆਉਣਗੀਆਂ ਉਹ ਇਹਦੇ ਵਿੱਚ ਹੀ ਵਾਪਸ ਚਲੀਆਂ ਜਾਣਗੀਆਂ, ਉਹ ਐਂ ਘੁੰਮਦੀਆਂ ਰਹਿਣਗੀਆਂ ਇਹਦੇ ਵਿੱਚ, ਤੇ ਉਹ ਕਦੇ ਵੀ ਬਾਹਰ ਨਹੀਂ ਜਾ ਸਕਦੀਆਂ। ਤਾਂ ਜੇ ਇੱਥੇ ਬੰਦਾ ਬਾਹਰ ਖੜਾ ਹੈ ਤਾਂ ਆਪਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਉਹਦੇ ਵਾਸਤੇ। ਕੌਣ ਵੇਟ ਕਰ ਰਿਹਾ ਹੈ? ਸੁਮਿਤ ਵੇਟ ਕਰ ਰਿਹਾ। ਸੁਮਿਤ ਦਾ ਵੇਟ ਨਹੀਂ ਕਰ ਰਿਹਾ ਬੇਟਾ, ਇੱਥੇ ਆਪਣੇ ਕੋਲੇ ਆ ਨਹੀਂ ਰਹੀ ਨਾ ਲਿਸਟ। ਦੇਖੋ ਇਹਦੇ ਵਿੱਚ ਸੁਮਿਤ ਆਉਣਾ ਚਾਹੀਦਾ ਸੀ, ਸੁਮਿਤ ਵੇਟ ਨਹੀਂ ਕਰ ਰਿਹਾ, ਉਹ ਕਿਤੇ ਗੜਬੜ ਹੈ, ਉਹਨੂੰ ਕਹਿ ਦੁਬਾਰਾ ਆ। ठीक है, चलो सुमित को मैं मैसेज पा दूंगा। चलो आर्यन ने पाई दिता मैसेज, ठीक है ना। ਹੁਣ ਦੇਖੋ, ਹੁਣ ਆ ਬੰਦਾ ਆਪਣੇ ਕੋਲੇ ਇੱਥੇ ਬਾਹਰ ਖੜਾ ਹੈ ਤਾਂ ਇਹਨੂੰ ਕੋਈ ਖਤਰਾ ਨਹੀਂਗਾ। ਕਿਉਂ? ਕਿਉਂਕਿ ਸਾਰੀ ਹੀਟ ਇਹਦੇ ਵਿੱਚ ਹੀ ਰਹਿ ਜਾਣੀ ਹੈ। ਇਹਦੇ ਵਿੱਚ ਜਿਹੜੀਆਂ ਗਾਮਾ ਰੇਜ਼ ਨਿਕਲਣੀਆਂ ਸੀ ਉਹ ਵੀ ਇਹਦੇ ਵਿੱਚ ਹੀ ਰਹਿ ਗਈਆਂ, ਤਾਂ ਇਹਨੂੰ ਕੋਈ ਬੰਦੇ ਨੂੰ ਖਤਰਾ ਨਹੀਂ। ਤਾਂ ਆਪਣੇ ਵਰਗੇ ਜਿਹੜੇ ਬੰਦੇ ਆ, ਜਿਹੜੇ ਉੱਥੇ ਇੰਜੀਨੀਅਰਸ ਨੇ ਜਾਂ ਜਿਹੜੇ ਉੱਥੇ ਸਟਾਫ ਮੈਂਬਰਸ ਨੇ, ਉਹਨਾਂ ਨੂੰ ਕੁਝ ਨਹੀਂ ਹੁੰਦਾ। ਠੀਕ ਹੈ ਨਾ। ਅਸੀਂ ਵੀ ਗਏ ਹੋਏ ਹਾਂ, ਜਦੋਂ ਅਸੀਂ ਇੰਜੀਨੀਅਰਿੰਗ ਕਰਦੇ ਹੁੰਦੇ ਸੀ, ਸਾਨੂੰ ਗੁਜਰਾਤ ਦੇ ਵਿੱਚ ਇੱਕ ਕਾਕਰਾ ਪਾਰ ਕਰਕੇ ਨਾ, ਕਾਕਰਾ ਪਾਰ ਜਗ੍ਹਾ ਦਾ ਨਾਮ ਹੈ, ਕਾਕਰਾ ਪਾਰ ਨਿਊਕਲੀਅਰ ਪਾਵਰ ਪਲਾਂਟ। ਸਾਡੇ ਇੰਜੀਨੀਅਰਿੰਗ ਕਾਲਜ ਨੇ ਸਾਨੂੰ ਉੱਥੇ ਵਿਜ਼ਿਟ ਕਰਵਾਇਆ ਸੀ, ਅਸੀਂ ਉੱਥੇ ਜਾ ਕੇ ਵੀ ਆਏ ਸੀਗੇ। ਤੇ ਸਾਨੂੰ ਕੋਈ ਉਹ ਨਹੀਂ, ਮਤਲਬ ਅਸੀਂ ਖੜੇ ਰਹੇ ਸੀ ਉੱਥੇ ਬਾਹਰ, ਕੋਈ ਪ੍ਰੋਬਲਮ ਨਹੀਂ। ਠੀਕ ਹੈ। ਹੁਣ ਇਹ ਤੋਂ ਬਾਅਦ ਦੇਖੋ ਫਿਊਲ ਰੋਡਸ। ਤਾਂ ਫਿਊਲ ਰੋਡ ਕਿਹੜੀਆਂ ਹੋਣਗੀਆਂ ਆਪਣੇ ਕੋਲ? ਯੂਰੇਨੀਅਮ ਦੀਆਂ। ਹੁਣ ਆ ਗਿਆ ਮੋਡਰੇਟਰ। ਇੱਥੋਂ ਤੱਕ ਤਾਂ ਆਪਾਂ ਨੂੰ ਸਾਰਾ ਕੁਝ ਸਮਝ ਲੱਗ ਗਿਆ। ਮੋਡਰੇਟਰ ਆਪਣੇ ਵਾਸਤੇ ਇੰਪੋਰਟੈਂਟ ਹੈ। ਇਹ ਦੇਖੋ ਵੀ ਕੀ ਹੁੰਦਾ। It is the fluid that fills the chamber. It is required to reduce the velocity of the neutrons. Actually ਜਿਹੜੇ ਆਪਣੇ ਕੋਲੇ fast moving ਨਿਊਟਰੋਨਸ ਹੁੰਦੇ ਆ, ਇਹਨਾਂ ਨੂੰ ਆਪਾਂ ਨੇ ਸਲੋ ਡਾਊਨ ਕਰਨਾ ਹੁੰਦਾ ਹੈ। ਫਾਸਟ ਮੂਵਿੰਗ ਨਿਊਟਰੋਨਸ ਡੂ ਨਾਟ ਰਿਐਕਟ। ਇਹ ਇੰਨੀ ਸਪੀਡ ਤੇ ਹੁੰਦਾ ਹੈ, ਨਿਊਟਰੋਨ ਇੰਨੀ ਜ਼ਬਰਦਸਤ ਸਪੀਡ ਤੇ ਜਾਂਦਾ ਹੈ ਕਿ ਇਹਦਾ ਰਿਐਕਸ਼ਨ ਹੀ ਨਹੀਂ ਹੋ ਪਾਉਂਦਾ, ਇਹ ਡਾਇਰੈਕਟ ਆਈ ਦੇ ਹੀ ਟੱਪ ਜਾਂਦਾ ਹੈ। ਤੇ ਇਹਨੂੰ ਸਲੋ ਕਰਨਾ ਚਾਹੁੰਦੇ ਆਪਾਂ, ਤਾਂ ਇਹਨੂੰ ਆਪਾਂ ਸਲੋ ਡਾਊਨ ਕਿਵੇਂ ਕਰਾਂਗੇ? 2 ਮਿੰਟ। ਹੁਣ ਇਹਨੂੰ ਆਪਾਂ ਸਲੋ ਡਾਊਨ ਕਿਵੇਂ ਕਰਾਂਗੇ? ਇਹ ਕਹਿੰਦਾ ਕਿ ਇੱਥੇ ਨਾ ਆਪਣੇ ਕੋਲੇ D2O ਪਾ ਦਿਓ। D2O ਕੀ ਬਣ ਜਾਂਦਾ ਆਪਣੇ ਕੋਲੇ? ਹੈਵੀ ਵਾਟਰ। ਤਾਂ ਜਿਹੜਾ ਇਹ ਹੈਵੀ ਵਾਟਰ ਹੈ ਉਹਦੇ ਨਾਲ ਨਿਊਟਰੋਨ ਟਕਰਾ ਜਾਂਦਾ ਹੈ। ਜਿਵੇਂ ਆਹ ਮੋਲੀਕੂਲ ਹੋ ਗਿਆ, ਇੱਥੋਂ ਦੀ ਆਪਣੇ ਕੋਲੇ ਨਿਊਟਰੋਨ ਆ ਗਿਆ, ਇਹ ਨਿਊਟਰੋਨ ਦੀ ਸਪੀਡ ਬਹੁਤ ਜ਼ਿਆਦਾ ਸੀ, ਲੇਕਿਨ ਇਹਨੇ ਕੀਤਾ, ਇਹਨਾਂ ਟਕਰਾਇਆ ਤਾਂ ਡਿਊਟੇਰੀਅਮ ਵੀ ਇਹ ਵੀ ਆਪਣਾ ਮੂਵ ਕਰਨ ਲੱਗ ਗਿਆ। ਤਾਂ ਸਮ એનર્ਜੀ ਵਾਸ ਗਿਵਨ ਟੂ ਦਿਸ, ਤੇ ਨਿਊਟਰੋਨ ਆਪਣੇ ਕੋਲੇ ਇੱਕ ਅਲੱਗ ਜਗ੍ਹਾ ਤੇ ਚਲਾ ਗਿਆ। ਤਾਂ ਨਿਊਟਰੋਨ ਦੇ ਕੋਲੇ ਹੁਣ ਜਿਹੜੀ એનર્ਜੀ ਹੈ ਉਹ ਘੱਟ ਹੈ, ਤਾਂ ਇਹਦੀ ਹੁਣ ਸਪੀਡ ਘਟ ਗਈ ਤੇ ਇਹਦੀ ਇੱਥੇ ਸਪੀਡ ਬਹੁਤ ਜ਼ਿਆਦਾ ਸੀ। ਤਾਂ ਇਹ ਟੱਕਰ ਕਰਕੇ ਇਹਦੀ ਸਪੀਡ ਘਟ ਜਾਂਦੀ ਹੈ।
ਤਾਂ ਆਪਾਂ ਸਪੀਡ ਕਿਵੇਂ ਘਟਾਉਣੀ ਹੈ, ਦੋ ਮੋਲੀਕਿਊਲਸ ਨੇ, ਇਹ ਬਹੁਤ ਜ਼ਿਆਦਾ ਹਾਈ ਸਪੀਡ ਤੇ ਆ ਰਹੇ, ਇਹ ਬਹੁਤ ਭਾਰੀ ਹੈ, ਇਹ ਇੰਨੀ ਹਾਈ ਸਪੀਡ ਤੇ ਆ ਕੇ ਇਹਦੇ ਨਾਲ ਟਕਰਾਊਗਾ, ਜਦੋਂ ਇਹ ਟੱਕਰ ਮਾਰੂਗਾ ਨਾ ਤਾਂ ਇਹਨੂੰ ਮਿਲ ਜੂਗੀ એનર્ਜੀ। ਜਿਵੇਂ ਆਪਾਂ 11th ਦੇ ਵਿੱਚ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਪ੍ਰਿੰਸੀਪਲ ਪੜਿਆ ਸੀ, ਬਿਲਕੁਲ ਉਹੀ ਪ੍ਰਿੰਸੀਪਲ ਇੱਥੇ ਅਪਲਾਈ ਹੁੰਦਾ ਹੈ। ਤੇ ਦਿਸ ਇਜ਼ ਮੋਡਰੇਟਰ। ਗੱਲ ਕਲੀਅਰ ਹੋ ਗਈ? ਸੋ ਦੇ ਮਸਟ ਬੀ ਸਲੋਡ ਡਾਊਨ। ਤਾਂ ਆਪਾਂ ਨਿਊਟਰੋਨ ਨੂੰ ਸਲੋ ਕਰਨਾ ਚਾਹੁੰਦੇ ਹਾਂ। ਈਚ ਨਿਊਟਰੋਨ ਵਿਦ ਲੈਸਰ ਸਪੀਡ ਦੇ ਆਰ ਨੋਨ ਐਜ਼ ਥਰਮਲ ਨਿਊਟਰੋਨਸ। ਐਜ ਜਿਹੜੇ ਨਿਊਟਰੋਨਸ ਹੁੰਦੇ ਆ ਜਿਨ੍ਹਾਂ ਦੀ ਸਪੀਡ ਘੱਟ ਹੈ, ਇਹਨੂੰ ਆਪਾਂ ਥਰਮਲ ਨਿਊਟਰੋਨ ਕਹਿੰਦੇ ਹਾਂ। ਆਪਾਂ ਕਹੀ ਜਾਂਦੇ ਹਾਂ ਕਿ ਸਪੀਡ ਘੱਟ ਹੈ, ਬਟ ਇਹ ਸਪੀਡ ਐਕਚੁਅਲ ਦੇ ਵਿੱਚ ਘੱਟ ਸਪੀਡ ਵੀ ਇਹਦੀ 2 ਕਿਲੋਮੀਟਰ ਪਰ ਸੈਕਿੰਡ ਹੁੰਦੀ ਹੈ। 1 ਸਕਿੰਟ ਦੇ ਵਿੱਚ 2 ਕਿਲੋਮੀਟਰ ਚਲਾ ਜਾਂਦਾ ਹੈ, ਐਡੀ ਹਾਈ ਸਪੀਡ ਹੈ ਨਿਊਟਰੋਨ ਦੀ। ਤੇ ਇਹ ਸਪੀਡ ਤਾਂ ਆਪਾਂ ਨੇ ਕੀਤੀ ਹੈ, ਮਤਲਬ ਇਹਦੀ ਘੱਟੋ ਘੱਟ 5 ਕਿਲੋਮੀਟਰ ਪਰ ਸੈਕਿੰਡ ਤੱਕ ਜਾਂ 10 ਕਿਲੋਮੀਟਰ ਪਰ ਸੈਕਿੰਡ ਤੱਕ ਵੀ ਸਪੀਡ ਹੋ ਸਕਦੀ ਹੈ, 1 ਸਕਿੰਟ ਚ 10 ਕਿਲੋਮੀਟਰ। ਤੁਸੀਂ ਸੋਚ ਲਓ, ਮੈਨੂੰ ਲੱਗਦਾ ਹੈ ਜਿੱਥੇ ਮੈਂ ਰਹਿਣਾ, ਮੇਰੇ ਘਰ ਤੋਂ ਧੋਬੀ ਬਾਜ਼ਾਰ 10 ਕਿਲੋਮੀਟਰ ਦੂਰ ਹੈ। ਜਦੋਂ ਇੱਥੇ ਨਿਊਟਰੋਨ ਹੈ, ਉਹ 1 ਸਕਿੰਟ ਚ ਧੋਬੀ ਬਾਜ਼ਾਰ ਪਹੁੰਚ ਸਕਦਾ ਹੈ, ਇੰਨੀ ਹਾਈ ਸਪੀਡ ਹੈ ਨਿਊਟਰੋਨ ਦੀ। ਤੇ ਤੁਸੀਂ ਦੇਖ ਲਓ, ਤੁਸੀਂ ਆਪਾਂ ਸੋਚਦੇ ਹੁੰਦੇ ਨਾ ਕਿ ਯਾਰ ਐਂ ਕਿਵੇਂ ਹੋ ਜਾਊਗਾ ਵੀ ਦਿੱਲੀ 'ਚ ਬੰਬ ਸੁੱਟਿਆ ਤੇ ਬਠਿੰਡੇ 'ਚ ਬੰਦੇ ਬੈਠੇ ਨੂੰ ਕਿਵੇਂ ਪ੍ਰੋਬਲਮ ਹੋ ਗਈ। ਤਾਂ ਤੁਸੀਂ ਸੋਚ ਲਓ ਕਿ ਬੰਬ ਦਿੱਲੀ 'ਚ ਸੁੱਟਿਆ ਹੈ, ਤਾਂ ਦਿੱਲੀ ਤੋਂ ਇੱਥੇ ਆਉਣ 'ਚ ਉਹਨੂੰ ਬੰਦੇ ਨੂੰ ਇਹਨੂੰ ਅੱਧਾ ਘੰਟਾ ਨਹੀਂ ਲੱਗਣਾ। ਹੋ ਸਕਦਾ ਹੈ ਵੀ ਦਿੱਲੀ 'ਚ ਬੰਬ ਸੁੱਟਿਆ ਤੇ 15-20 ਮਿੰਟਾਂ ਦੇ ਵਿੱਚ ਹੀ ਆਪਣੇ ਤੱਕ ਇੱਥੇ ਰੇਡੀਏਸ਼ਨ ਪਹੁੰਚ ਗਈ, ਆਪਣੇ ਤੱਕ ਇੱਥੇ ਅੱਗ ਪਹੁੰਚ ਗਈ, ਆਪਣੇ ਤੱਕ ਇੱਥੇ ਸਭ ਕੁਝ ਪਹੁੰਚ ਜੂਗਾ। ਇੰਨਾ ਘੱਟ ਟਾਈਮ ਮਿਲਦਾ ਇਹਨਾਂ ਨੂੰ। ਦਿਸ ਇਜ਼ ਦੈਟ ਹਾਈ ਸਪੀਡ। ਚਲੋ, ਤਾਂ ਇਹ ਆਪਣੇ ਕੋਲ ਆ ਗਿਆ ਡਿਊਟੀਰੀਅਮ, ਹੀ ਆ ਗਿਆ ਹੈਵੀ ਵਾਟਰ। ਬੇਟਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਮੋਡਰੇਟਰ ਦੇ ਵਿੱਚ ਤਾਂ ਮੈਨੂੰ ਦੱਸ ਸਕਦੇ ਹੋ। ਅਮਰਜੀਤ ਬੇਟਾ ਦੇਖ ਲਾ। हाँ भाई सर दोबारा दस दो फास्ट मूविंग न्यूट्रॉन वाला। बेटा देखो अपने को जो न्यूट्रॉन आया ना, ये बहुत फास्ट मूविंग होंगे, ठीक है। फास्ट मूविंग का मतलब है इसकी स्पीड बड़ी ज़्यादा है। आप चाहते हैं इसकी स्पीड हौली करनी है। इसकी स्पीड हौली करने वास्ते मैं इत्थे एक मॉलिक्यूल बना लिया ऐ करके D2O। हुण ये न्यूट्रॉन ने की किया, जाके इत्थे टक्कर मारी, इनू टक्कर मार के आप किते होर लंघ गया, इनू इधर नूं वेलोसिटी देती, तो ये भी चलन लग गया, ये भी चलन लग गया, तो यदी वेलोसिटी थोड़ी मोटी इनू देती तो यदी वेलोसिटी घट गई ना न्यूट्रॉन की। पहला न्यूट्रॉन की वेलोसिटी बहुत ज़्यादा सी, हुण न्यूट्रॉन की वेलोसिटी घट गई। गल क्लीयर? तो जिहड़ी आ वेलोसिटी घटाउणी है, आ जिहड़ी वेलोसिटी घट गई, हुण ये रिएक्शन करने वास्ते बिल्कुल परफेक्ट है, तो ये यूरेनियम दे नाल रिएक्ट कर सकदा। ठीक है जी, कुछ और बेटा समझना चाहे? हाँ जी सर, आप मॉडरेट दे विच D2O ਦੀ ਜਗ੍ਹਾ ਕੋਈ ਹੋਰ ਮੋਲੀਕਿਊਲ ਪਾ ਸਕਦੇ ਹਾਂ ਜਿਹੜਾ ਹੈਵੀ ਹੋਵੇ? बेटा बिल्कुल पा सकते हो तुसी, बट मैं तुहानूं दसदा इस तों अगे आपां हुण इत्थे क्वेश्चन पुछया जिवें वाई D2O is used to slow down the neutron. By the principle of inelastic collisions, we know that the maximum energy transfer takes place when the masses of the two bodies are nearly same. ਆਪਾਂ ਨੇ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਪੜਿਆ ਸੀਗਾ 11th ਦੇ ਵਿੱਚ। ਆਪਾਂ ਚਾਹੁੰਦੇ ਆ ਵੀ ਇਹ ਹੌਲੀ ਹੋ ਜੇ, ਤਾਂ ਹੌਲੀ ਹੋਣ ਦਾ ਮਤਲਬ ਇਹ ਤਾਂ ਨਹੀਂ ਕਿ ਰੁਕ ਜੇ, ਆਪਾਂ ਚਾਹੁੰਦੇ ਆ ਕਿ ਭਾਈ ਹੌਲੀ ਹੋ ਜੇ। ਆਪਾਂ ਨੂੰ ਕਿਹਾ ਗਿਆ, ਸਾਇੰਟਿਸਟ ਨੇ ਦੱਸਿਆ ਕਿ ਯਾਰ ਨਿਊਟਰੋਨ ਦੀ ਸਪੀਡ ਇੰਨੀ ਹੈ ਤੇ ਆਪਾਂ ਇਹਨੂੰ ਸਲੋ ਡਾਊਨ ਕਰਕੇ ਘੱਟੋ ਘੱਟ ਆਪਾਂ ਇੰਨੀ ਲੈ ਕੇ ਜਾਣੀ ਹੈ। ਤਾਂ ਆਪਾਂ ਕਿਸ ਰੇਸ਼ੋ ਦੇ ਵਿੱਚ ਮਾਸ ਲਈਏ? ਤਾਂ ਤੁਸੀਂ 11ਵੀਂ ਵਾਲਾ ਚੈਪਟਰ ਖੋਲਿਆ, ਉਹਦੇ ਫਾਰਮੂਲੇ 'ਚ ਦੇਖਿਆ ਕਿ ਵੀ ਇਹਦਾ ਜੇ ਮਾਸ ਜਿੰਨਾ ਨਿਊਟਰੋਨ ਦਾ ਹੈ, ਉਸ ਤੋਂ ਬਈ ਇੰਨਾ ਕੁ ਮਾਸ ਵੱਧ ਹੋਣਾ ਚਾਹੀਦਾ। ਜੇ ਮੰਨ ਲਓ ਇਕੁਅਲ ਮਾਸ ਹੁੰਦਾ ਨਿਊਟਰੋਨ ਦਾ, ਤਾਂ ਨਿਊਟਰੋਨ ਤੇ ਨਿਊਟਰੋਨ ਇੱਕ ਦੂਜੇ ਨਾਲ ਟਕਰਾਉਂਦੇ ਤਾਂ ਕਿਵੇਂ ਟਕਰਾਉਂਦੇ? ਉਹ ਐਂ ਟਕਰਾਉਂਦੇ, ਆ ਰੁਕ ਜਾਂਦਾ ਤੇ ਜਿਹੜਾ ਅਗਲਾ ਨਿਊਟਰੋਨ ਹੈ ਉਨੀ ਸਪੀਡ ਨਾਲ ਹੀ ਚੱਲ ਜਾਂਦਾ। ਤਾਂ ਇਹਦਾ ਨਿਊਟਰੋਨ ਆਪਣੇ ਕੋਲ ਆ ਕੇ ਰੁਕ ਹੀ ਗਿਆ ਨਾ। ਆਪਾਂ ਇਹਨੂੰ ਰੋਕਣਾ ਨਹੀਂ ਚਾਹੁੰਦੇ, ਆਪਾਂ ਇਹਨੂੰ ਚਲਾਉਣਾ ਚਾਹੁੰਦੇ ਹਾਂ, ਲੇਕਿਨ ਆਪਣੀ ਸਪੀਡ ਘਟਾਉਗੀ। ਤਾਂ ਜਿਹਦੇ ਕਰਕੇ ਆਪਾਂ ਸੋਚਿਆ ਵੀ ਇਹਦਾ ਮਾਸ ਕਿੰਨਾ ਹੋਵੇ, ਉਹਦਾ ਮਾਸ ਆਪਾਂ ਨੇ ਫਾਈਂਡ ਕਰ ਲਿਆ। ਉਹਦਾ ਮਾਸ ਆਪਾਂ ਦੇਖਿਆ ਕਿ D2O ਦੇ ਮਾਸ ਦੇ ਨਾਲ ਬਿਲਕੁਲ ਬਰਾਬਰ ਆ ਰਿਹਾ, ਸਿਮਿਲਰ ਜਿਹਾ। ਫਿਰ ਉਹ ਕਹਿੰਦੇ ਕਿ ਯਾਰ ਜੇ ਤੁਸੀਂ ਨਿਊਟਰੋਨ ਨੂੰ 5 ਤੋਂ 2.5 ਚ ਲੈ ਕੇ ਜਾਣਾ ਹੈ ਤਾਂ ਤੁਸੀਂ ਡਿਊਟੇਰੀਅਮ ਯੂਜ਼ ਕਰ ਲਓ ਨਾ। ਯੂਜ਼ ਤੁਸੀਂ ਕੁਝ ਵੀ ਕਰ ਸਕਦੇ ਹੋ, ਇਹ 'ਚ ਕੋਈ ਦੋ ਰਾਏ ਨਹੀਂ। ਤੁਸੀਂ H2O ਯੂਜ਼ ਕਰ ਸਕਦੇ ਹੋ, ਸਾਨੂੰ ਕੋਈ ਪ੍ਰੋਬਲਮ ਨਹੀਂ। ਬਟ H2O ਦੇ ਨਾਲ ਤੁਹਾਡੀ 5 ਦੀ ਸਪੀਡ 2.5 ਨਹੀਂ ਹੁੰਦੀ, 5 ਦੀ ਸਪੀਡ ਘੱਟ ਕੇ ਮੰਨ ਲਓ ਤੁਸੀਂ ਤੁਹਾਡੀ 3 ਹੋ ਗਈ,
ਬਟ ਤੁਸੀਂ ਕਹੇ ਯਾਰ ਸਾਨੂੰ 3 ਨਹੀਂ ਚਾਹੀਦੇ, ਸਾਨੂੰ ਤਾਂ ਆ ਚਾਹੀਦੀ ਹੈ। ਠੀਕ ਹੈ, ਹਾਂਜੀ ਹੋਰ ਕੋਈ ਡਾਊਟ ਬੇਟਾ? ਕਿਸੇ ਨੂੰ ਵੀ ਹੋਰ ਕਿਸੇ ਨੂੰ ਕੋਈ ਡਾਊਟ ਹੋਵੇ? ਨਥਿੰਗ। ਚਲੋ नो सर। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਆ ਗਿਆ ਕੰਟਰੋਲ ਰੋਡ। ਤਾਂ ਕੰਟਰੋਲ ਰੋਡ ਦਾ ਕੀ ਕੰਮ ਹੈ ਆਪਾਂ ਇਹ ਦੇਖਦੇ ਹਾਂ। ਹੁਣ ਆਹ ਦੇਖੋ ਆਪਣੇ ਕੋਲੇ ਕੰਟਰੋਲ ਰੋਡ ਦਾ ਕੀ ਕੰਮ ਹੈ। ਹੁਣ ਇਹਦੇ ਵਿੱਚ ਆਪਾਂ ਆਹ ਸੀ ਕੰਟਰੋਲ ਰੋਡਸ। ਹੁਣ ਆਪਾਂ ਨੂੰ ਪਤਾ ਹੈ ਕਿ ਯਾਰ ਯੂਰੇਨੀਅਮ ਨੇ ਸਾਨੂੰ ਕਿਹਾ ਸੀ ਵੀ ਮੇਰੇ ਨਾਲ ਧੱਕਾ ਨਾ ਕਰੋ, ਤੇ ਆਪਾਂ ਕਹਿੰਦਾ ਵੀ ਸਾਡਾ ਧੱਕਾ ਚੱਲਦਾ, ਆਪਾਂ ਧੱਕਾ ਕਰਤਾ। ਤਾਂ ਯੂਰੇਨੀਅਮ ਕਹਿੰਦਾ ਫਿਰ ਆ ਜਾਓ। ਫਿਰ ਯੂਰੇਨੀਅਮ ਨੇ ਕੀਤਾ, ਫਿਰ ਚੇਨ ਰਿਐਕਸ਼ਨ ਆਪਦਾ ਸੈੱਟ ਕੀਤਾ। ਚੇਨ ਰਿਐਕਸ਼ਨ ਇੰਨਾ ਗੰਦਾ ਸੈੱਟ ਹੋਇਆ ਕਿ ਇਹਨੂੰ ਕੰਕਰੀਟ ਦੀਆਂ ਦੀਵਾਰਾਂ ਵੀ ਕੰਟਰੋਲ ਨਹੀਂ ਕਰ ਸਕਣਗੀਆਂ। ਇਹ ਐਡਾ ਜ਼ਿਆਦਾ ਖਤਰਨਾਕ ਬੰਬ ਹੋਊਗਾ, ਤੁਸੀਂ ਸੋਚ ਕੇ ਦੇਖੋ। ਮੈਂ ਤੁਹਾਨੂੰ ਕਹੀ ਜਾਂਦਾ ਵੀ ਦਿੱਲੀ ਬੰਬ ਚਲਾ ਦਈਏ ਤਾਂ ਬਠਿੰਡੇ ਵਾਲਿਆਂ ਨੂੰ ਨੁਕਸਾਨ ਹੋ ਜਾਊਗਾ। ਤੇ ਤੁਹਾਡੇ ਜੇ ਮੰਨ ਲਓ 3 ਮੀਟਰ ਚੌੜੀ ਜੇ ਤੁਸੀਂ ਕੰਕਰੀਟ ਦੀ ਦੀਵਾਰ ਬਣਾ ਵੀ ਲਿੱਤੀ ਤਾਂ ਵੀ ਕਿਵੇਂ ਬਚ ਜਾਓਗੇ? 3 ਮੀਟਰ ਦੀ ਦੀਵਾਰ ਕਿੰਨੀ ਕੁ ਵੱਡੀ ਚੀਜ਼ ਹੈ ਫਿਰ? ਜੇ ਮੈਂ ਇੰਨੀ ਵੱਡੀ ਗੱਲ ਕਹੀ ਜਾਂਦਾ ਕਿ ਪੂਰਾ ਦਾ ਪੂਰਾ ਸ਼ਹਿਰ ਤਬਾਹ ਹੋ ਜਾਊਗਾ, 3 ਮੀਟਰ ਦੀਵਾਰ ਨੂੰ ਕੌਣ ਪੁੱਛਦਾ ਹੈ? ਤਾਂ ਆਪਾਂ ਨੂੰ ਕੀ ਕਰਨਾ ਪਊ? ਇਸ ਰਿਐਕਸ਼ਨ ਨੂੰ ਆਪਾਂ ਅਨਕੰਟਰੋਲਡ ਨਹੀਂ ਕਹਿ ਸਕਦੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਹੁਣ ਜੋ ਕੁਝ ਮਰਜ਼ੀ ਕਰੀ ਚੱਲੋ, ਅੱਜ ਤਾਂ 3 ਮੀਟਰ ਦੀ ਦੀਵਾਰ ਬਣਾ ਲਈ। ਨਾ ਜੀ ਨਾ, ਐ ਨਹੀਂ ਕਹਿ ਸਕਦੇ। ਆਪਾਂ ਨੂੰ ਇਹ ਕਹਿਣਾ ਪਊ ਕਿ ਹੁਣ ਵੀ ਇਹਦੇ ਵਿੱਚੋਂ ਦੀ ਕੁਝ ਨਿਊਟਰੋਨਸ ਗਾਇਬ ਕਰ ਦਿਓ। ਆਪਾਂ ਇਹਨੂੰ ਕੰਟਰੋਲ ਕਿਵੇਂ ਕਰਾਂਗੇ? ਜਿਹੜੀ ਆਪਣੀ ਉੱਪਰ ਚੇਨ ਰਿਐਕਸ਼ਨ ਆਪਾਂ ਪੜਿਆ, ਇਹਨੂੰ ਆਪਾਂ ਕੰਟਰੋਲ ਕਰਕੇ ਦਿਖਾਉਂਦੇ ਹਾਂ। ਹੁਣ ਦੇਖੋ ਇਹਨੂੰ ਆਪਾਂ ਕੰਟਰੋਲ ਕਿਵੇਂ ਕੀਤਾ। ਮੇਰੇ ਕੋਲੇ ਸੀ ਯਾਰ ਨਾਈਟ੍ਰੋਜਨ। ਇਹ ਨਾਈਟ੍ਰੋਜਨ ਜਦੋਂ ਯੂਰੇਨੀਅਮ ਚ ਨਿਊਟਰੋਨ ਗਿਆ, ਇੱਥੇ ਆਪਾਂ ਨੂੰ 3 ਨਿਊਟਰੋਨ ਨਵੇਂ ਮਿਲੇ। ਜੇ ਤਿੰਨੋਂ ਦੇ ਤਿੰਨੋਂ ਨੇ ਰਿਐਕਟ ਕੀਤਾ ਫਿਰ ਤਾਂ ਆਪਣੇ ਤੋਂ ਤਾਬੇ ਨਹੀਂ ਆਣਗੇ। ਫਿਰ ਆਪਾਂ ਕੀ ਕਰਾਂਗੇ? ਆਪਾਂ ਆਹ 2 ਜਿਹੜੇ ਨਿਊਟਰੋਨ ਹੈ ਇਹਨਾਂ ਨੂੰ ਐਬਜ਼ੌਰਬ ਕਰ ਦਾਂਗੇ। ਆਪਾਂ ਇਹਨਾਂ ਨੂੰ ਰਿਐਕਸ਼ਨ ਕਰਨ ਦੇਣਾ ਨਹੀਂ, ਆਪਾਂ ਨੇ 1 ਨੂੰ ਰਿਐਕਸ਼ਨ ਕਰਨ ਦੇਣਾ। ਬਈ ਕੱਲਾ ਇਹੀ ਅੱਗੇ ਯੂਰੇਨੀਅਮ ਚ ਰਿਐਕਸ਼ਨ ਹੋਵੇ, ਇਹ ਵੀ ਖਤਮ, ਇਹ ਵੀ ਖਤਮ। ਫਿਰ ਜਦੋਂ ਇਹ ਰਿਐਕਟ ਕਰੂਗਾ, ਇੱਥੇ ਆਪਾਂ ਨੂੰ 3 ਨਿਊਟਰੋਨ ਹੋਰ ਮਿਲ ਗਏ। ਫਿਰ ਆਪਾਂ ਨੇ ਕਹਤਾ ਵੀ ਆਹ ਦੋਨੋਂ ਖਤਮ, ਆਪਣੇ ਕੋਲੇ ਆਹ ਵਾਲਾ ਨਿਊਟਰੋਨ ਰਹਿ ਗਿਆ। ਫਿਰ ਆਹ ਨਿਊਟਰੋਨ ਜਦੋਂ ਰਿਐਕਟ ਕਰੂਗਾ ਤਾਂ 3 ਬਣਨਗੇ, ਫਿਰ ਆਹ ਤੇ ਆਹ ਨਹੀਂ ਕਰਨਗੇ, ਸਿਰਫ ਇੱਕੋ ਹੀ ਕਰੂ। ਇਹਦਾ ਮਤਲਬ ਆਪਣੇ ਕੋਲੇ ਬੇਸਿਕਲੀ ਸਿਰਫ ਤੇ ਸਿਰਫ ਇੱਕੋ ਹੀ ਨਿਊਟਰੋਨ ਦਾ ਰਿਐਕਸ਼ਨ ਹੋ ਰਿਹਾ। ਤੇ ਮੈਂ ਜਦੋਂ ਸਾਇੰਟਿਸਟਾਂ ਤੋਂ ਪੁੱਛਿਆ ਬਈ ਹੁਣ ਕਰ ਲਓਗੇ ਕੰਟਰੋਲ, ਉਹ ਕਹਿੰਦੇ ਹਾਂਜੀ ਹਾਂਜੀ ਹੁਣ ਕੰਟਰੋਲ ਹੋ। ਇੰਨੀ ਹੀਟ ਨੂੰ ਨਹੀਂ ਅਸੀਂ ਕੋਈ ਸਮਝਦੇ, ਲੇਕਿਨ ਜੇ ਆਹ 2 ਰਿਲੀਜ਼ ਹੋ ਗਏ ਫਿਰ ਸਾਡੇ ਤੋਂ ਭਾਈ ਹੈਂਡਲ ਨਹੀਂ ਹੋਣੀ ਸਿਚੁਏਸ਼ਨ। ਫਿਰ ਕੋਈ ਦੀਵਾਰ ਨਹੀਂ ਹੈਂਡਲ ਕਰ ਸਕਦੀ, ਕਿਉਂਕਿ ਤੁਸੀਂ ਦੇਖੋ ਵੀ ਇਹ ਨਿਊਟਰੋਨ ਨਹੀਂਗਾ। ਇੱਕ ਨਿਊਟਰੋਨ ਨੇ ਅੱਗੇ ਜਾ ਕੇ 3 ਟਾਈਮਸ એનર્ਜੀ ਦੇਣੀ ਹੈ। 3 ਟਾਈਮਸ ਮਤਲਬ ਜਿੱਥੇ ਤੁਸੀਂ 1 ਯੂਰੇਨੀਅਮ ਦਾ ਬੰਬ ਵੱਜਿਆ ਤੇ ਕਿੱਥੇ ਤੁਹਾਡੇ ਕੋਲੇ 3 ਯੂਰੇਨੀਅਮ ਦੇ ਬੰਬ ਵੱਜੇ। ਕਹਿੰਦੇ ਇੱਕ ਤਾਂ ਸਾਂਭ ਲਾਂਗੇ ਅਸੀਂ, ਆ 3 ਨਹੀਂ ਸਮਝਦੇ। ਤਾਂ ਦਿਸ ਇਜ਼ ਹਾਊ ਵੀ ਕੰਟਰੋਲ ਇਟ। ਸੋ ਵਟ ਆਰ ਵੀ ਗੋਇੰਗ ਟੂ ਡੂ? ਆਪਾਂ ਨੇ ਇਹਦੇ ਵਿੱਚ ਕੰਟਰੋਲ ਰੋਡਸ ਰੱਖੀਆਂ। ਆਪਾਂ ਇਹਨਾਂ ਨੂੰ ਪ੍ਰੈਸ ਕਰ ਦਿੰਦੇ ਆ, ਇਹਨਾਂ ਨੂੰ ਅੱਗੇ ਤੱਕ। ਆਪਾਂ ਨੇ ਐਂ ਕਰਕੇ ਪ੍ਰੈਸ ਕਰਕੇ ਇਹ ਐਂ ਕਰਕੇ ਰੋਡਸ ਇਹਦੇ ਵਿੱਚ ਚਲੀਆਂ ਗਈਆਂ। ਦਿਖ ਰਿਹਾ? ਰੋਡਸ ਵਿੱਚ ਚਲੀਆਂ ਗਈਆਂ। ਜੇ ਮੰਨ ਲਓ ਮੈਂ ਜ਼ਿਆਦਾ ਅੰਦਰ ਤੱਕ ਲੈ ਗਿਆ ਤਾਂ ਤੁਹਾਨੂੰ ਤੁਹਾਡੇ ਯੂਰੇਨੀਅਮ ਆਪਾਂ ਕਹਿੰਦੇ ਯਾਰ ਇਹਨੂੰ ਬੰਦ ਕਰੋ। ਸਰਕਾਰ ਨੇ ਕਹਿਤਾ ਯਾਰ ਅਸੀਂ ਬੰਦ ਕਰਨਾ ਚਾਹੁੰਦੇ ਹਾਂ ਨਿਊਕਲੀਅਰ ਪਾਵਰ ਪਲਾਂਟ। ਫਿਰ ਕਿਵੇਂ ਕਰਾਂਗੇ? ਫਿਰ ਤੁਸੀਂ ਇਹ ਸਾਰੀਆਂ ਰੋਡਸ ਇਕੱਠੀਆਂ ਅੰਦਰ ਤੱਕ ਲੈ ਜਾਓ। ਮੈਕਸਿਮਮ ਜਿੰਨਾ ਹੋ ਸਕਦਾ ਹੈ ਉਨੀ ਅੰਦਰ ਤੱਕ ਆਪਾਂ ਲੈ ਗਏ। ਜਦੋਂ ਇੰਨਾ ਅੰਦਰ ਤੱਕ ਲੈ ਗਏ, ਉਹ ਸਾਰੇ ਨਿਊਟਰੋਨਸ ਉਹਨਾਂ ਨੇ ਐਬਜ਼ੌਰਬ ਕਰ ਲਏ ਤੇ ਉਹ ਬੰਦ ਹੋ ਗਿਆ। ਜੇ ਆਪਾਂ ਚਾਹੁੰਦੇ ਹਾਂ ਕਿ ਯਾਰ ਬਾਹਲੇ ਨਹੀਂ ਚਾਹੀਦੇ, ਆਪਾਂ ਕੀ ਕਰੋ? ਥੋੜਾ ਜਿਹਾ ਘਟਾ ਦਿਓ, ਇੰਨਾ ਕੀ ਪਾ ਦਿਓ, ਇੰਨਾ ਪਾ ਦਿਓ, ਇੰਨਾ ਪਾ ਦਿਓ, ਡਿਪੈਂਡ ਕਰਦਾ। ਤਾਂ ਤੁਸੀਂ ਜਿੰਨੇ ਆਪਦਾ ਤੁਸੀਂ ਰਿਐਕਸ਼ਨ ਤੁਸੀਂ ਦੇਖ ਲਿਆ ਕਿ ਯਾਰ ਮੈਨੂੰ ਇੰਨੀ ਚੀਜ਼ ਦੀ ਲੋੜ ਹੈ, ਮੈਂ ਜਿਹੜਾ ਮੇਰਾ ਮਲਟੀਪਲੀਕੇਸ਼ਨ ਫੈਕਟਰ ਹੈਗਾ ਉਹ ਮੇਰੇ ਕੋਲੇ 3 ਸੀ, ਇਹਨੂੰ ਮੈਂ ਰਿਡਿਊਸ ਕਰਕੇ 1 ਕਰ ਲਓ ਜਾਂ 1.5 ਕਰ ਲਓ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਉਹਦੇ ਅਕੋਰਡਿੰਗ ਕਰ ਲੂੰਗਾ, ਹੈ ਨਾ? ਤਾਂ ਮੈਂ ਉਹਦੇ ਅਕੋਰਡਿੰਗ ਇਸ ਕੰਟਰੋਲ ਰੋਡ ਨੂੰ ਦਬਤਾ, ਪ੍ਰੈਸ ਕਰਤਾ ਤੇ ਇਹ ਮੂਵੇਬਲ ਨੇ, ਉੱਪਰ ਨੀਚੇ ਹੋ ਸਕਦੀਆਂ ਨੇ। ਦੇਖੋ these rods absorb the excess neutrons and convert the uncontrolled fission reaction into controlled fission reaction। ਤਾਂ ਤੁਹਾਡਾ uncontrolled fission reaction ਜਿਹੜਾ ਹੈ ਉਹਨੂੰ controlled fission reaction ਚ ਆਪਾਂ ਨੇ ਕਨਵਰਟ ਕਰਤਾ। ਤਾਂ ਆਪਾਂ ਕਹਾਂਗੇ ਕਿ this is controlled। ਕੰਟਰੋਲਡ ਹੋਣ ਦਾ ਰੀਜ਼ਨ ਮਤਲਬ ਕੀ ਹੋ ਗਿਆ ਕਿ ਹੁਣ ਅਸੀਂ ਇਹਨੂੰ ਤਾਬੇ ਕਰ ਲਾਂਗੇ ਭਾਈ, ਹੁਣ ਇਹ ਸਾਡੇ ਕੰਟਰੋਲ ਚ ਆ ਜਾਊਗਾ। ਹੁਣ ਸਾਨੂੰ ਇਹ ਕੁਝ ਨਹੀਂ ਕਹਿ ਸਕਦਾ। 3 ਮੀਟਰ ਦੀ ਦੀਵਾਰ ਜੇ ਤੁਸੀਂ ਬਣਾ ਲਈ ਤਾਂ ਉਹਦੇ ਨਾਲ ਆਪਣਾ ਕੰਮ ਸਰ ਜੂਗਾ। ਬੇਟਾ ਜੀ ਠੀਕ ਹੈ। ਹੁਣ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਹੀਟ ਐਕਸਚੇਂਜਰ। ਹੀਟ ਐਕਸਚੇਂਜਰਸ ਕੀ ਹੁੰਦੇ ਆ? ਦੀ ਹੀਟ ਐਕਸਚੇਂਜਰ ਹੁੰਦਾ ਕੀ ਹੈ? ਪਹਿਲਾਂ ਤਾਂ ਤੁਸੀਂ ਡਾਇਗਰਾਮ 'ਚ ਦੇਖੋ।
ਹੀਟ ਐਕਸਚੇਂਜਰ ਕੀ ਹੈ? ਆ ਹੀਟ ਐਕਸਚੇਂਜਰ ਹੈ, ਆ ਚੀਜ਼, ਦਿਸ ਇਜ਼ ਹੀਟ ਐਕਸਚੇਂਜਰ, ਆ ਲਿਖਿਆ ਹੋਇਆ, ਠੀਕ ਹੈ ਨਾ। ਹੁਣ ਇੱਥੇ ਨਾ ਕਿ ਕੂਲੈਂਟ ਵੀ ਪੈਂਦਾ ਹੈ, ਮੇਰੇ ਹਿਸਾਬ ਨਾਲ ਮੈਂ ਕੂਲੈਂਟ ਨਹੀਂ ਲਿਖਿਆ ਇਹਦੇ ਵਿੱਚ, ਮੈਨੂੰ ਡੈਫੀਨੇਸ਼ਨ ਐਡ ਕਰਨੀ ਪਊ। ਕੂਲੈਂਟ ਹੁੰਦਾ ਕੀ ਹੈ? ਦੇਖੋ, ਜਦੋਂ ਇਹਨੇ ਬਹੁਤ ਸਾਰੀ ਇੱਥੇ ਗਰਮੀ ਪੈਦਾ ਕਰਤੀ, ਉਦੋਂ ਬਾਅਦ ਇਹਦੀਆਂ ਦੀਵਾਰਾਂ ਗਰਮ ਹੋ ਜਾਣਗੀਆਂ। ਆਪਾਂ ਨੇ ਕੀ ਕੀਤਾ, ਦੀਵਾਰਾਂ ਦੇ ਵਿੱਚ ਆਪਾਂ ਨੇ ਕੂਲੈਂਟ ਪਾਇਆ ਹੋਇਆ, ਤਾਂ ਉਹ ਕੂਲੈਂਟ ਗਰਮ ਹੋ ਜਾਊਗਾ। ਇਹ ਕੂਲੈਂਟ ਮੰਨ ਲਓ ਪਾਣੀ ਹੈ, ਪਾਣੀ ਪਾਤਾ, ਇਹ ਗਰਮ ਹੋ ਗਿਆ, ਇਹ ਪਾਣੀ ਅੰਦਰ ਗਿਆ, ਇਹ ਪਾਣੀ ਇੱਧਰ, ਹੁਣ ਪਾਣੀ ਇੰਨਾ ਜ਼ਿਆਦਾ ਗਰਮ ਕਿ ਪੁੱਛੋ ਹੀ ਨਾ। ਪਾਣੀ ਵੀ ਨਹੀਂ, ਤੁਸੀਂ ਐ ਮੰਨ ਲਓ ਵੀ ਮੈਂ ਇਹਦੇ ਵਿੱਚ ਮਰਕਰੀ ਪਾਈ ਹੋਈ ਹੈ, ਤਾਂ ਮਰਕਰੀ ਬਹੁਤ ਜ਼ਿਆਦਾ ਹੀਟ ਲੈ ਕੇ ਜਾਊਗੀ, ਤਾਂ ਮਰਕਰੀ ਨਹੀਂ ਕੀਤਾ, ਇੱਥੇ ਸੈਂਟਰ ਕੀਤੀ, ਇੱਥੇ ਆਪਾਂ ਨੇ ਪਾਣੀ ਪਾਇਆ ਹੋਇਆ ਸੀ, ਇਹਦੇ ਵਿੱਚੋਂ ਦੀ ਜਦੋਂ ਐਂ ਕਰਕੇ ਨਿਕਲਿਆ ਤਾਂ ਇਹਨੇ ਕੀ ਕੀਤਾ, ਆਹ ਵਾਲਾ ਪਾਣੀ ਸਾਰਾ ਮੱਚਣ ਲੱਗ ਗਿਆ, ਆਹ ਸਾਰਾ ਪਾਣੀ ਆਪਣੇ ਕੋਲੇ ਗਰਮ ਹੋ ਕੇ ਇਹਦੀ ਭਾਫ ਬਣਨ ਲੱਗ ਗਈ, ਤੇ ਇੱਥੋਂ ਦੀ ਜਿਹੜਾ ਗਰਮ ਮਰਕਰੀ ਸੀਗਾ ਇਹ ਆਪਣੇ ਕੋਲੇ ਠੰਡਾ ਹੋ ਕੇ ਨੀਚੇ ਚਲਾ ਗਿਆ, ਇਹਨੂੰ ਪੰਪ ਕਰਕੇ ਇਹਨਾਂ ਨੇ ਵਾਪਿਸ ਅੰਦਰ ਪਾਤਾ। ਇਹ ਕੋਈ ਵੀ ਕੂਲੈਂਟ ਹੋ ਸਕਦਾ, ਤੁਹਾਡੀ ਆਪਦੀ ਮਰਜ਼ੀ ਦਾ ਕੁਝ ਵੀ ਯੂਜ਼ ਕਰ ਸਕਦੇ ਹੋ। ਆਪਾਂ ਇੱਥੇ ਗਏ ਤੇ ਆਪਣੇ ਕੋਲੇ ਆਹ ਕੰਮ ਬਣ ਗਿਆ, ਐਂ ਚਲਾ ਗਿਆ, ਤਾਂ ਇਹ ਹੁਣ ਠੰਡਾ ਹੋ ਗਿਆ ਸੀ ਕੂਲੈਂਟ, ਫਿਰ ਇੱਥੇ ਗਿਆ, ਫਿਰ ਇਹਨੇ ਦੇਖਿਆ ਕਿ ਦੀਵਾਰਾਂ ਗਰਮ ਨੇ, ਉਹਨੇ ਫਿਰ ਗਰਮੀ ਚੱਕੀ ਤੇ ਫਿਰ ਉਹ ਇਹਦੇ ਵਿੱਚ ਵੜ ਗਿਆ। ਆਹੀ ਪ੍ਰੋਸੈਸ ਤੁਸੀਂ ਦੇਖੋਗੇ, ਤੁਸੀਂ ਆਪਦੇ 에ਅਰ ਕੰਡੀਸ਼ਨਰ ਚ ਚੈੱਕ ਕਰ ਸਕਦੇ ਹੋ। ਜਿਹੜਾ ਏਸੀ ਤੁਸੀਂ ਹੁੰਦਾ ਆਪਣਾ, ਏਸੀ ਦੇ ਫਰੰਟ ਤੇ ਇੱਕ ਜਾਲੀ ਲੱਗੀ ਹੁੰਦੀ ਹੈ, ਇੱਕ ਜਾਲੀ ਉਹਦੇ ਬੈਕ ਤੇ ਲੱਗੀ ਹੁੰਦੀ ਹੈ। ਜਿਹੜੀ ਫਰੰਟ ਤੇ ਜਾਲੀ ਲੱਗੀ ਹੁੰਦੀ ਹੈ ਉਹਦੇ ਵਿੱਚੋਂ ਠੰਡੀ ਹਵਾ ਆਉਂਦੀ ਹੈ, ਤੇ ਜਿਹੜੀ ਦੂਜੀ ਹੁੰਦੀ ਹੈ ਇਹਦੇ ਵਿੱਚੋਂ ਦੀ ਆਪਾਂ ਨੂੰ ਗਰਮ ਹਵਾ ਮਿਲੂਗੀ। ਲੇਕਿਨ ਜਿਹੜੀ ਇਹ ਜਾਲੀ ਹੈ ਨਾ, ਉਹ ਜਾਲੀ ਹੀਟ ਐਕਸਚੇਂਜਰ ਹੈ, ਉਹੀ ਹੈ ਚੀਜ਼ ਆ ਵੀ ਉਹਦੇ ਵਿੱਚੋਂ ਦੀ ਐਂ ਕਰਕੇ ਨਿਕਲਦਾ, ਤਾਂ ਇਹਦੇ ਵਿੱਚੋਂ ਦੀ ਜਦੋਂ ਪਾਣੀ ਨਿਕਲੂਗਾ ਤਾਂ ਗਰਮ ਹੋ ਜਾਊਗਾ, ਤਾਂ ਉਹ ਗਰਮ ਹੋ ਕੇ ਇੱਥੇ ਸਟੀਮ ਬਣ ਜਾਊਗਾ, ਤਾਂ ਸਟੀਮ ਬਣ ਕੇ ਆਪਣੀ ਟਰਬਾਈਨ ਨੂੰ ਚਲਾਉਣ ਲੱਗ ਜਾਊਗਾ। ਫਿਰ ਜਦੋਂ ਬਚਿਆ ਕੁਚਿਆ ਰਹਿ ਗਿਆ, ਉਹਨੂੰ ਆਪਾਂ ਠੰਡੇ ਪਾਣੀ ਦੇ ਵਿੱਚ ਡਿਪ ਕੀਤਾ, ਉਹ ਜਮੇ ਹੀ ਠੰਡਾ ਹੋ ਗਿਆ, ਤੇ ਉਹ ਇੱਧਰ ਨੂੰ ਚਲਾ ਗਿਆ ਵਾਪਿਸ। ਹੁਣ ਉਹ ਠੰਡਾ ਹੋ ਕੇ ਉੱਪਰ ਗਿਆ, ਉਹਨੇ ਦੇਖਿਆ ਕਿ ਯਾਰ ਇੱਥੇ ਤਾਂ ਬਹੁਤ ਜ਼ਿਆਦਾ ਗਰਮ ਹੈ, ਉਹ ਫਿਰ ਉਹਦੀ ਭਾਫ ਬਣ ਗਈ। ਬਸ ਇਹ ਸਿਸਟਮ ਆਹੀ ਚੱਲਦਾ ਰਹਿੰਦਾ ਅਗੇਨ ਐਂਡ ਅਗੇਨ, ਇੱਥੋਂ ਦੀ ਸਿਸਟਮ ਇਹਦਾ ਚੱਲਦਾ ਰਹੂਗਾ ਅਗੇਨ ਐਂਡ ਅਗੇਨ। बेटा जी कोई डाउट है किसी ने तो पूछ लो। एनी डाउट? ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਆਪਣੇ ਕੋਲ ਇਲੈਕਟ੍ਰਿਸਿਟੀ ਜਨਰੇਟ ਕਿਵੇਂ ਹੁੰਦੀ ਹੈ। ਇੱਕ ਵਾਰ ਦੁਬਾਰਾ ਸੁਣ ਲਓ, ਮੇਰੇ ਕੋਲ ਇੱਥੇ ਮੈंने ਯੂਰੇਨੀਅਮ ਰੱਖਿਆ ਹੋਇਆ ਹੈ, ਯੂਰੇਨੀਅਮ ਰੱਖਿਆ, ਇਹਦੇ ਵਿੱਚ ਮੈਂ ਇੱਕ ਨਿਊਟਰੋਨ ਪਾਉਂਗਾ ਤੇ ਰਿਐਕਸ਼ਨ ਚੱਲਣ ਲੱਗ ਜਾਊਗਾ, ਲੇਕਿਨ ਉਹ ਨਿਊਟਰੋਨ ਫਾਸਟ ਮੂਵਿੰਗ ਹੈ, ਉਹਨੂੰ ਸਲੋ ਕਰਨ ਵਾਸਤੇ ਮੈਨੂੰ ਮੋਡਰੇਟਰ ਬਣਾਉਣਾ ਪਊਗਾ, ਮੈਂ ਮੋਡਰੇਟਰ ਯੂਜ਼ ਕਰ ਲਿਆ T2O। ਉਸ ਤੋਂ ਬਾਅਦ ਜੇ ਮੈਂ ਇਸ ਅਨਕੰਟਰੋਲਡ ਰਿਐਕਸ਼ਨ ਨੂੰ ਕੰਟਰੋਲ ਕਰਨਾ ਚਾਹੁੰਦਾ ਤਾਂ ਮੈਨੂੰ ਕੰਟਰੋਲ ਰੋਡ ਦੀ ਲੋੜ ਹੈ, ਜੇ ਮੈਂ ਇਹਨੂੰ ਰੋਕਣਾ ਚਾਹੁੰਦਾ ਤਾਂ ਕੰਟਰੋਲ ਰੋਡ ਨੂੰ ਜਮਾਂ ਹੀ ਪ੍ਰੈਸ ਕਰ ਦੂੰਗਾ, ਉਹ ਆਪੇ ਆਫਟਰ ਸਮ ਟਾਈਮ ਰੁਕ ਜਾਊਗਾ। ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜਦੋਂ ਅਸੀਂ ਨਿਊਕਲੀਅਰ ਪਾਵਰ ਪਲਾਂਟ ਗਏ ਸੀਗੇ, ਅਸੀਂ ਉਹ ਟੀਚਰਸ ਨਾਲ ਸਾਨੂੰ ਗੱਲ ਕੀਤੀ ਵੀ ਐ ਬੰਦ ਕਿਵੇਂ ਕਰਦੇ ਹੋ ਤੇ ਇਹ ਉਹ, ਤੇ ਉਹਨਾਂ ਸਾਰਿਆਂ ਨੇ ਸਾਨੂੰ ਦੱਸਿਆ ਕਿ ਇਹਨੂੰ ਐ ਨਹੀਂ ਬੰਦ ਕੀਤਾ ਜਾਂਦਾ ਵੀ ਈਜ਼ੀਲੀ, ਇਹ ਬਹੁਤ ਇਹਨੂੰ ਦਿਨ ਲੱਗ ਜਾਂਦੇ ਆ ਬੰਦ ਹੋਣ 'ਚ। ਇਹ ਆਪਣੇ ਟੀਵੀ ਵਾਂਗੂ ਨਹੀਂ ਹੈਗਾ ਵੀ ਤੁਸੀਂ ਸਵਿਚ ਆਫ ਕੀਤਾ ਤਾਂ ਸਵਿਚ ਆਫ ਹੋ ਗਿਆ। ਆਪਾਂ ਕੰਟਰੋਲ ਰੋਡਸ ਪ੍ਰੈਸ ਕਰਕੇ ਛੱਡ ਦਿੰਦੇ ਆ, ਬਾਅਦ ਚੋਂ ਨਿਊਟਰੋਨ ਦੀ ਮਰਜ਼ੀ, ਜੇ ਤੁਸੀਂ ਕਹੋ ਕਿ ਯਾਰ ਨਿਊਟਰੋਨ ਪਹੁੰਚੇ ਹੀ ਨਹੀਂ ਕੰਟਰੋਲ ਰੋਡ ਤੱਕ, ਫਿਰ ਉੱਥੇ ਜਾਈ ਜਾਊਗਾ, ਉੱਥੇ ਤੁਰਿਆ ਫਿਰਿਆ ਰਹੂਗਾ, ਐਬਜ਼ੌਰਬ ਹੀ ਨਹੀਂ ਹੋਇਆ, ਉਹ ਕਿਤੇ ਜਾ ਕੇ ਯੂਰੇਨੀਅਮ 'ਚ ਵੱਜ ਗਿਆ, ਫਿਰ ਪੜਾਕਾ ਪੈ ਗਿਆ, ਫਿਰ 3 ਨਵੇਂ ਨਿਊਟਰੋਨ ਆ ਗਏ, ਹੁਣ ਉਹ ਨਹੀਂ ਐਬਜ਼ੌਰਬ ਹੋਏ। ਜੇ ਨਹੀਂ ਐਬਜ਼ੌਰਬ ਹੋਏ ਤਾਂ ਅਸੀਂ ਕੀ ਕਰੀਏ? ਉਹਨੂੰ ਬੰਦ ਕਰਨ ਵਾਸਤੇ ਕੀ ਕਰਦੇ ਆ, ਜਦੋਂ ਕੰਟਰੋਲ ਰੋਡ ਦੱਬ ਕੇ ਨਾ ਉਦੋਂ ਛੱਡ ਕੇ ਚਲੇ ਜਾਂਦੇ ਆ, ਇਹਨੂੰ 1 ਹਫ਼ਤਾ ਲੱਗ ਜਾਂਦਾ ਹੈ। 1 ਹਫ਼ਤੇ ਬਾਅਦ ਜਦੋਂ ਤੁਸੀਂ ਆਓਗੇ ਤਾਂ ਸ਼ਾਇਦ ਇਹ ਬੰਦ ਮਿਲੂਗਾ, ਸ਼ਾਇਦ। ਇਹ ਰੱਬ ਦੀ ਮਰਜ਼ੀ ਤੇ ਬੰਦ ਹੁੰਦਾ, ਇਹ ਆਪਣੀ ਮਰਜ਼ੀ ਤੇ ਨਹੀਂ ਸਵਿਚ ਆਫ ਹੁੰਦਾ। ਵੱਧ ਤੋਂ ਵੱਧ ਆਪਾਂ ਸਿਰਫ ਇਹ ਗੱਲ ਕਰ ਸਕਦੇ ਹਾਂ ਕਿ ਕੰਟਰੋਲ ਰੋਡਸ ਥੋੜੀਆਂ ਜ਼ਿਆਦਾ ਕਰ ਲਓ, 3 ਲਿੱਤੀਆਂ ਤੁਸੀਂ 5 ਲੈ ਲਓ, 5 ਨਹੀਂ ਲੈਣੀਆਂ ਜੀ 7 ਲੈ ਲਓ, ਦੈਟ ਇਜ਼ ਪੋਸੀਬਲ, ਠੀਕ ਹੈ। ਕੰਟਰੋਲ ਰੋਡਸ ਚੋੜੀਆਂ ਕਰ ਦਿਓ, ਦੈਟ ਇਜ਼ ਪੋਸੀਬਲ, ਬਟ ਉਹ ਆਪਦੀ ਮਨ ਮਰਜ਼ੀ ਨਾਲ ਹੀ ਬੰਦ ਹੋਏਗਾ, ਇਹ ਨਹੀਂ ਕਿ ਅਸੀਂ ਅੱਜ ਦੱਬਤਾ ਤੇ ਬੰਦ ਹੋ ਗਿਆ। So many times it takes nearly 1 week to switch it off. ਜਦੋਂ ਇਹ ਸਵਿਚ ਆਫ ਹੋ ਜਾਂਦਾ ਹੈ ਉਦੋਂ ਵੀ ਇਸ ਨੂੰ ਓਪਨ ਨਹੀਂ ਕੀਤਾ ਜਾਂਦਾ, ਕਦੇ ਵੀ ਇਸ ਭਾਂਡੇ ਨੂੰ ਕਦੇ ਵੀ ਓਪਨ ਨਹੀਂ ਕਰਦੇ, ਸਿਰਫ ਆ ਕੰਟਰੋਲ ਰੋਡਸ ਨੂੰ ਕੰਪਲੀਟ ਕਲੋਜ਼ ਕਰਕੇ ਆ ਜਿੰਨਾ ਵੱਡਾ ਭਾਂਡਾ ਬਣ ਗਿਆ, ਇਸ ਪੂਰੇ ਦੇ ਪੂਰੇ ਦੀਵਾਰ ਕੰਕਰੀਟ ਦਾ ਜਿਹੜਾ ਐਡਾ ਵੱਡਾ ਭਾਂਡਾ ਬਣਿਆ ਹੋਇਆ ਹੈ, ਉਸ ਨੂੰ ਚੱਕ ਕੇ ਸ਼ਿਪ 'ਚ ਲੈ ਕੇ ਜਾਂਦੇ ਆ ਤੇ ਕਿਤੇ ਸਮੁੰਦਰ ਦੇ ਵਿੱਚ ਜਾ ਕੇ ਦੱਬ ਦਿੰਦੇ। This is what happens with this thing. ਇਹਨੂੰ ਕਦੇ ਖੋਲਿਆ ਨਹੀਂ ਜਾਂਦਾ, ਜੇ ਤੁਸੀਂ ਇਹਨੂੰ ਖੋਲ ਲਿਆ ਤਾਂ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਹੋਇਆ, ਸਾਰੀ ਰੇਡੀਏਸ਼ਨ ਬਾਹਰ ਆ ਜਾਊਗੀ, ਸਾਰੀ ਹੀਟ ਬਾਹਰ ਆ ਜਾਊਗੀ, ਕੋਈ ਨਹੀਂ ਬਚਦਾ, ਪੂਰਾ ਸ਼ਹਿਰ ਖਾਲੀ ਕਰਨਾ ਪਊਗਾ।
दिस थिंग इज नेवर ओपन, ठीक है ना। इस तरह होंदा है। मेरा जूनियर है, मेरे बीटेक च सीगा मेरे नाल, ਉਹ ਰਾਜਸਥਾਨ ਦਾ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਹੈ ਰਵਾਤ ਬਾਟਾ ਕਰਕੇ ਇੱਕ ਜਗ੍ਹਾ ਦਾ ਨਾਮ ਹੈ, ਰਵਾਤ ਬਾਟਾ ਨਿਊਕਲੀਅਰ ਪਾਵਰ ਪਲਾਂਟ, ਇਹ ਰਾਜਸਥਾਨ ਚ ਪੈਂਦਾ ਹੈ, ਉੱਥੇ ਵਰਕਿੰਗ ਹੈ ਪ੍ਰੈਜ਼ੈਂਟਲੀ। ਚਲੋ ਤੇ ਹੁਣ ਚੱਲਦੇ ਆਪਾਂ ਇਹ ਤੋਂ ਅੱਗੇ, ਠੀਕ ਹੈ। ਅੱਛਾ ਮੈਂ ਤੁਹਾਨੂੰ ਇਹਦੀ ਵਰਕਿੰਗ ਦੱਸ ਰਿਹਾ ਸੀ। ਉਸ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਗਰਮੀ ਪੈਦਾ ਹੋਣ ਲੱਗ ਗਈ ਜੀ, ਅਸੀਂ ਸੇਫ ਹਾਂ, ਕੋਈ ਪ੍ਰੋਬਲਮ ਨਹੀਂ। ਗਰਮੀ ਪੈਦਾ ਹੋਣ ਦੇ ਕਰਕੇ ਜਿਹੜਾ ਕੂਲੈਂਟ ਹੈ ਗਰਮ ਹੋ ਗਿਆ, ਇਹ ਗਰਮ ਹੋ ਕੇ ਇੱਧਰ ਚਲਾ ਗਿਆ, ਇਹ ਗਰਮ ਹੋ ਕੇ ਇਹਦੇ ਅੰਦਰ ਗਿਆ, ਇੱਥੋਂ ਦੀ ਆਏ। ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦੇ ਸਕਦਾ, ਜਿਵੇਂ ਕਿ ਆਪਣਾ ਫ੍ਰਿਜ ਦੇ ਪਿੱਛੇ ਜਿਹੜਾ ਕੰਡੈਂਸਰ ਲੱਗਿਆ ਹੁੰਦਾ ਹੈ ਕਾਲੇ ਰੰਗ ਦਾ, ਤਾਰਾਂ ਜਿਹੀਆਂ ਲੱਗੀਆਂ ਹੁੰਦੀਆਂ, ਉਹਨੂੰ ਤੁਸੀਂ ਕਦੇ ਵੀ ਹੱਥ ਲਾਓਗੇ ਤਾਂ ਤੁਹਾਨੂੰ ਗਰਮ ਮਿਲਣਗੀਆਂ, ਉਹ ਬਹੁਤ ਜ਼ਿਆਦਾ ਗਰਮ ਹੁੰਦੀ ਹੈ, ਉਹ ਗਰਮੀ ਦੇਣ ਵਾਸਤੇ ਹੁੰਦਾ। ਇਟ ਇਜ਼ ਆਲਸੋ ਹੀਟ ਐਕਸਚੇਂਜਰ। ਲੇਕਿਨ ਜਦੋਂ ਫ੍ਰਿਜ ਦੇ ਜਮਾਂ ਨੀਚੇ ਇੱਕ ਹੋਰ ਪਾਈਪ ਹੁੰਦੀ ਹੈ, ਜਦੋਂ ਉੱਥੇ ਹੱਥ ਲਾਓਗੇ ਨਾ ਉੱਥੇ ਜਮਾਂ ਹੀ ਠੰਡਾ ਹੁੰਦਾ, ਉਹ ਬਸ ਉਹ ਗਰਮ ਤੇ ਠੰਡਾ ਕਰਨ ਵਾਸਤੇ ਕੰਮ ਆਉਂਦਾ। ਤਾਂ ਦਿਸ ਇਜ਼ ਵੈਰੀ ਸਿਮਿਲਰ ਟੂ ਦੈਟ। ਇੱਥੋਂ ਇਹਨੇ ਕੀ ਕੀਤਾ, ਇਹਨੇ ਹੀਟ ਪਾਣੀ ਨੂੰ ਦਿੱਤੀ, ਇਹ ਪਾਣੀ ਗਰਮ ਹੋ ਕੇ ਟਰਬਾਈਨ ਚ ਚਲਾ ਗਿਆ, ਟਰਬਾਈਨ ਦੇ ਵਿੱਚ ਇਹਨੇ ਵਰਕ ਕੀਤਾ, ਇਹਨੂੰ ਕਹਿੰਦੇ ਕਿ ਵਰਕ ਇਜ਼ ਡਨ ਬਾਈ ਸਟੀਮ। ਇਹਨੇ ਵਰਕ ਕੀਤਾ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਥੇ ਇਲੈਕਟ੍ਰਿਸਿਟੀ ਪੈਦਾ ਹੋ ਗਈ, ਠੀਕ ਹੈ। ਇੱਥੋਂ ਤੱਕ ਮਕੈਨੀਕਲ ਇੰਜੀਨੀਅਰਿੰਗ ਹੈ। ਜਿਹੜੇ ਇੰਜੀਨੀਅਰਿੰਗ ਦੇ ਸਟੂਡੈਂਟ ਐ, ਨਾਨ ਮੈਡੀਕਲ ਵਾਲੇ ਜਿਨ੍ਹਾਂ ਨੇ ਮੈਥਸ ਲਿੱਤਾ ਹੋਇਆ, ਉਹਨਾਂ ਨੂੰ ਦੱਸਦੇ ਆ, ਇੱਥੋਂ ਤੱਕ ਜੇ ਤੁਸੀਂ ਪੜ੍ਹਨਾ ਹੈ ਇੰਜੀਨੀਅਰਿੰਗ ਚ ਤਾਂ ਮਕੈਨੀਕਲ ਇੰਜੀਨੀਅਰਿੰਗ ਹੈ। ਇਦੋਂ ਅੱਗੇ ਸਾਰੀ ਇਲੈਕਟ੍ਰੀਕਲ ਇੰਜੀਨੀਅਰਿੰਗ ਹੈ ਕਿ ਵੀ ਉਹ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਗਈ, ਹੁਣ ਕੀ ਕਰੀਏ, ਹੁਣ ਉਹਨੂੰ ਲੈ ਕੇ ਕਿੱਥੇ ਜਾਈਏ, ਤਾਰਾਂ ਕਿਵੇਂ ਜੋੜੀਏ, ਗ੍ਰਿਡ ਕਿਵੇਂ ਬਣੂਗੀ, ਤੇ ਇਹ ਉਹ ਸਾਰਾ ਇਲੈਕਟ੍ਰੀਕਲ ਇੰਜੀਨੀਅਰ ਹੈ। ਦਿਸ ਇਜ਼ ਮਕੈਨੀਕਲ ਇੰਜੀਨੀਅਰਿੰਗ। ਚਲੋ ਜਿਹੜੇ ਮੈਡੀਕਲ ਵਾਲੇ ਆ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਓਕੇ, ਤਾਂ ਵਿਦ ਦਿਸ ਵੀ ਹੈਵ ਕੰਪਲੀਟਡ ਆਵਰ ਨਿਊਕਲੀਅਰ ਰਿਐਕਟਰ। ਹੁਣ ਆਪਾਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਲਈਏ। ਅੱਜ ਕੱਲ ਸਿਰਫ ਇੱਕ ਦੋ ਕੁਐਸਚਨਸ ਆਉਂਦੇ ਆ ਇਹਦੇ, ਜਿਵੇਂ ਕਿ ਵਟ ਇਜ਼ ਅ ਮੋਡਰੇਟਰ, ਗਿਵ ਸਮ ਐਗਜ਼ਾਮਪਲਸ ਆਫ ਮੋਡਰੇਟਰ ਜਿਹਦੇ D2O ਆ ਗਿਆ, ਫਿਰ ਵਾਈ D2O is used, ਠੀਕ ਹੈ, what are control rods, how you can control a chain reaction, ਇਸ ਤਰ੍ਹਾਂ ਦੇ ਕੁਐਸਚਨਸ ਆਣਗੇ। ਇਸ ਪਾਰਟ ਤੋਂ ਰਿਲੇਟਡ ਕੁਐਸਚਨ ਨਹੀਂ ਆਂਦਾ, ਇਸ ਪਾਰਟ ਤੋਂ ਰਿਲੇਟਡ ਹੀ ਕੁਐਸਚਨਸ ਤੁਹਾਨੂੰ ਐਗਜ਼ਾਮ ਚ ਆਣਗੇ। ਤੇ ਪਹਿਲਾਂ ਹੁੰਦਾ ਸੀ ਕਿ ਇਹਦੇ ਵਿੱਚੋਂ ਦੀ 5-5 ਨੰਬਰ ਦੇ ਕੁਐਸਚਨ ਆਉਂਦੇ ਸੀ। ਮੈਨੂੰ ਯਾਦ ਹੈ ਜਦੋਂ ਮੈਂ 12th ਸੀਗਾ ਉਦੋਂ ਨਿਊਕਲੀਅਰ ਪਾਵਰ ਪਲਾਂਟ ਸਾਨੂੰ 5 ਨੰਬਰ ਦੇ ਵਿੱਚ ਐਗਜ਼ਾਮ ਚ ਆਇਆ ਸੀਗਾ, ਤੇ ਮੈਂ ਪੂਰੇ ਦਾ ਪੂਰਾ ਲਿਖ ਕੇ ਵੀ ਆਇਆ ਸੀ, ਸਾਰੀ ਫੋਟੋ ਬਣਾ ਕੇ, ਡੈਫੀਨੇਸ਼ਨ ਦੇ ਕੇ, ਇਹ ਉਹ। ਬਟ ਅੱਜ ਕੱਲ ਕੀ ਹੋ ਰਿਹਾ, ਅੱਜ ਕੱਲ ਇਹ ਚੀਜ਼ ਨਹੀਂ ਪੁੱਛੀ ਜਾਂਦੀ। ਅੱਜ ਕੱਲ ਸਿਰਫ ਇੱਕ ਅੱਧੀ ਡੈਫੀਨੇਸ਼ਨ ਪੁੱਛ ਲੈਂਦੇ ਆ, 1 ਮਾਰਕ 2 ਮਾਰਕ ਦੇ ਵਿੱਚ, ਆਬਜੈਕਟਿਵਸ ਦੇ ਵਿੱਚ ਆ ਜਾਊਗਾ, ਠੀਕ ਹੈ। ਤੇ ਬਾਹਲੀ ਡਿਟੇਲ ਚ ਆਪਾਂ ਨੂੰ ਇਹਦੇ ਵਿੱਚ ਜਾਣ ਦੀ ਲੋੜ ਨਹੀਂ, ਬਟ ਵੀ ਸ਼ੁੱਡ ਨੋ ਈਚ ਐਂਡ ਐਵਰੀਥਿੰਗ। ਓਕੇ, ਚਲੋ ਜੀ। ਸੋ ਵਿਦ ਦਿਸ ਆਈ ਐਮ ਕਲੋਜ਼ਿੰਗ ਦਿਸ। ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਛੋਟਾ ਜਿਹਾ ਟੌਪਿਕ ਹੋਰ ਹੈ, ਆਪਾਂ ਉਸ ਨੂੰ ਜੁਆਇਨ ਕਰਦੇ ਹਾਂ ਹੁਣੇ। ਬੇਟਾ ਤੁਸੀਂ ਸਾਰੇ ਦੁਬਾਰਾ ਜੁਆਇਨ ਕਰ ਲਓ। ਵੀ ਹੈਵ ਕੰਪਲੀਟਡ ਵਨ ਟੌਪਿਕ ਨਾਓ, ਦਿਸ ਵਿਲ ਬੀ ਵਨ ਵੀਡੀਓ that I will upload, ਇੱਕ ਵੀਡੀਓ ਤੁਹਾਡੀ ਹੋਰ ਅਪਲੋਡ ਹੋ ਜਾਏਗੀ। ਚਲੋ ਜੀ, ਸੋ ਆਈ ਐਮ ਕਲੋਜ਼ਿੰਗ ਦਿਸ ਵੀਡੀਓ ਹੇਅਰ, ਕਮ ਅਗੇਨ।